Hello students, I am Manisha, your agriculture faculty. Welcome you all on our CBC online platform. Last time guys पटवारी एग्जाम 89 स्टूडेंट्स to 72 स्टूडेंट्स की सिलेक्शन हुई है जो इस टाइम एज अ पटवारी जॉब भी कर रहे हैं ओके सो ਅੱਜ ਆਪਾਂ ਐਗਰੀਕਲਚਰ ਦੇ ਕੁਝ ਵਨ ਲਾਈਨਰ ਟਾਈਪਸ ਕੁਐਸਚਨਸ ਡਿਸਕਸ ਕਰਾਂਗੇ ਜੋ ਕਿ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ View ਨਾਲ ਬਹੁਤ ਇੰਪੋਰਟੈਂਟ ਰਹਿਣਗੇ ਆਪਾਂ ਡਿਟੇਲ ਵਾਈਜ਼ ਜਿਹੜੇ ਹੈ ਸਾਰੇ MCQs ਡਿਸਕਸ ਕਰਨੇ ਆ ਬਿਫੋਰ ਵੀ ਸਟਾਰਟ ਦਾ ਸੈਸ਼ਨ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦਾ ਸੈਸ਼ਨ ਕਿੱਦਾਂ ਲੱਗਿਆ ਅਗਰ ਤੁਸੀਂ ਆਨਲਾਈਨ ਸਟੱਡੀ ਮਟੀਰੀਅਲ ਜਾਂ ਮੌਕ ਟੈਸਟ ਸੀਰੀਜ਼ ਚਾਹੁੰਦੇ ਹੋ ਤਾਂ ਸਾਡੀ ਅਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰੋ that is www.cbcexamguru.in. Okay, now move to our session. As you see, CBC Exam Guru our Android app ਹੈ ਇਹਨੂੰ ਤੁਸੀਂ ਡਾਊਨਲੋਡ ਕਰ ਲੈਣਾ ਹੈ ਆਫਟਰ ਦੈਟ ਤੁਸੀਂ ਜਿਹੜਾ ਸਟੋਰ ਤੇ ਵਿਜ਼ਿਟ ਕਰਨਾ ਟੈਸਟ ਮੌਕ ਟੈਸਟ ਸੀਰੀਜ਼ ਅਵੇਲੇਬਲ ਹੈ ਉਹ ਪਰਚੇਜ਼ ਕਰ ਸਕਦੇ ਹੋ ਐਂਡ ਜਿਹੜੇ ਪਟਵਾਰੀ ਦੇ ਕ੍ਰੈਸ਼ ਕੋਰਸਿਸ ਚੱਲ ਰਹੇ ਆ ਉਹ ਤੁਸੀਂ ਪਰਚੇਜ਼ ਕਰ ਸਕਦੇ ਹੋ ਪ੍ਰੋਪਰ ਇਨਫੋਰਮੇਸ਼ਨ ਲੈ ਸਕਦੇ ਹੋ ਤੁਸੀਂ ਕੰਟੈਕਟ ਨੰਬਰ ਆਲਸੋ ਮੈਂਸ਼ਨ ਹੈ ਉਹਦੇ 'ਤੇ ਤੁਸੀਂ ਕੰਟੈਕਟ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ ਦੈਟ ਇਜ਼ 7814109600 'ਤੇ ਕੰਟੈਕਟ ਕਰਕੇ ਪ੍ਰੋਪਰ ਜਿਹੜਾ ਕ੍ਰੈਸ਼ ਕੋਰਸਿਸ ਐਂਡ ਜਿਹੜਾ ਹੈ ਟੈਸਟ ਸੀਰੀਜ਼ ਹੈ ਉਹਨਾਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਫਰਦਰ ਜਿਹੜੇ ਹੈ ਮੈਂ ਕਹਿ ਸਕਦੀ ਹਾਂ ਕਿ 19 ਦੇ ਅਪਰੋਕਸੀਮੇਟਲੀ ਜਿਹੜੇ ਆਪਣੇ ਸੈਸ਼ਨਸ ਆ ਚੁੱਕੇ ਆ ਓਕੇ ਔਰ ਜਿਹੜਾ ਹੈ ਤੁਸੀਂ ਉਹਨਾਂ ਨੂੰ ਅੱਛੇ ਤਰੀਕੇ ਨਾਲ ਦੇਖਣਾ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਤੁਸੀਂ ਉਹਨਾਂ ਨੂੰ ਜਿਹੜਾ ਦੇਖਣਾ ਐਂਡ ਕਿਉਂਕਿ ਜਿਹੜੇ ਸਾਰੇ ਕੁਐਸਚਨਸ ਹੈ ਗਾਈਜ਼ ਸਾਰੇ ਐਗਜ਼ਾਮ ਓਰੀਐਂਟਡ ਹੈ ਉਹਦੇ ਵਿੱਚ ਐਗਰੋ ਫੋਰੈਸਟਰੀ ਦੇ ਵੀ ਹੈ ਫੂਡ ਪ੍ਰੋਸੈਸਿੰਗ ਦੇ ਵੀ ਹੈ ਪ੍ਰੀਜ਼ਰਵੇਸ਼ਨ ਦੇ ਵੀ ਹੈ ਹੋਟੀ ਦੇ ਵੀ ਹੈ ਐਗਰੋਨਮੀ ਦੇ ਵੀ ਹੈ ਸਾਰੇ ਮਿਕਸਅਪ ਕੁਐਸਚਨਸ ਹੈ ਜਿਹੜੇ ਕੁਐਸਚਨ ਜਿਹੜੇ ਤੁਹਾਡੇ ਐਗਜ਼ਾਮ 'ਚ ਬਣ ਸਕਦੇ ਆ ਸਾਰੇ ਕ੍ਰੌਪਸ ਦੇ ਰਿਗਾਰਡਿੰਗ ਆਪਾਂ ਕੁਐਸਚਨਸ ਡਿਸਕਸ ਕੀਤੇ ਹੋਏ ਆ ਐਂਡ ਅਗਰ ਤੁਸੀਂ ਜਿਹੜਾ ਹੈ ਫਰਦਰ ਇਸ ਤੋਂ ਬਾਅਦ ਵੀ ਹੋਰ ਵੀ ਸੀਰੀਜ਼ ਚਾਹੁੰਦੇ ਹੋ ਤਾਂ ਪਲੀਜ਼ ਕਮੈਂਟ ਕਰਕੇ ਦੱਸਣਾ ਕਿ ਤੁਸੀਂ ਇਹ ਸੀਰੀਜ਼ ਆਪਣੀ ਕੰਟੀਨਿਊ ਕਰੋ ਠੀਕ ਹੈ ਤੁਸੀਂ ਅਗਰ ਤੁਹਾਨੂੰ ਸਾਰੇ ਸੈਸ਼ਨਸ ਜਿਹੜੇ ਬਹੁਤ ਅੱਛੇ ਲੱਗ ਰਹੇ ਆ ਤਾਂ ਤੁਸੀਂ ਪਲੀਜ਼ ਕਮੈਂਟ ਕਰਕੇ ਦੱਸਣਾ ਹੈ ਕਿ ਹੁਣ ਸੀਰੀਜ਼ ਆਪਾਂ ਕੰਟੀਨਿਊ ਕਰੀਏ ਜਾਂ ਇੱਥੇ ਹੀ ਬੰਦ ਕਰੀਏ ਸੋ ਇਹ ਚੀਜ਼ ਤੁਸੀਂ ਹੈ ਜਿਹੜੀਆਂ ਜ਼ਰੂਰ ਕਮੈਂਟ ਕਰਕੇ ਦੱਸਣੇ ਕਿ ਤੁਹਾਨੂੰ ਸੈਸ਼ਨ ਸਾਰੇ ਕਿੱਦਾਂ ਲੱਗੇ ਓਕੇ ਐਂਡ ਆਪਣਾ ਟੈਲੀਗ੍ਰਾਮ ਚੈਨਲ ਹੈ ਉਹ ਵੀ ਜਿਹੜਾ ਹੈ ਤੁਸੀਂ ਜੁਆਇਨ ਕਰ ਸਕਦੇ ਹੋ ਐਂਡ ਜੁਆਇਨ ਕਰਕੇ ਉੱਥੇ ਤੁਹਾਨੂੰ ਸਾਰੀਆਂ ਰੋਜ਼ ਦੇ PDFs ਜੋ ਹੈ ਅਵੇਲੇਬਲ ਹੋ ਜਾਣਗੀਆਂ ਡੋਂਟ ਵਰੀ ਅਬਾਊਟ ਦੈਟ ਸੋ now move to our session that is first question the price fixed by the government is called ਦੇਖੋ ਪ੍ਰਾਈਸ ਹੁੰਦਾ ਜਿਹੜਾ ਗਵਰਨਮੈਂਟ ਫਿਕਸ ਕਰਦਾ ਦੈਟ ਇਜ਼ ਕੋਈ ਵੀ ਕਰੋਪ ਹੈ ਕੋਈ ਸਪੈਸੀਫਿਕ ਕਰੋਪ ਹੈ ਕੋਈ ਵੀ ਹੈ ਚਾਹੇ ਵੀਟ ਹੈ ਚਾਹੇ ਰਾਈਸ ਹੈ ਉਹਨੂੰ ਲਾਉਣ ਤੋਂ ਪਹਿਲਾਂ ਉਹਦੀ ਸੋਇੰਗ ਤੋਂ ਪਹਿਲਾਂ ਹੀ ਜਿਹੜਾ ਗਵਰਨਮੈਂਟ ਉਹਦਾ ਰੇਟ ਡਿਸਾਈਡ ਕਰ ਦਿੰਦੀ ਹੈ ਠੀਕ ਹੈ ਮੰਡੀ ਰੇਟ ਜਿਹੜਾ ਹੈ ਉਹਦਾ ਡਿਸਾਈਡ ਕਰ ਦਿੰਦੀ ਹੈ ਵੀ ਇੰਨਾ ਹੋਊਗਾ MSP ਕਹਿੰਦੇ ਆ ਜਿਹਨੂੰ ਜਿਹੜਾ ਹੈ ਹੁਣ ਫਾਰਮਰਸ ਪ੍ਰੋਟੈਸਟ ਕਰ ਰਹੇ ਜਿਹਦੇ ਰਿਗਾਰਡਿੰਗ ਦੈਟ ਇਜ਼ MSP ਦੈਟ ਇਜ਼ ਮਿਨੀਮਮ ਸਪੋਰਟ ਪ੍ਰਾਈਸ ਇਹ ਕੀ ਹੁੰਦਾ ਇਹ ਇੱਦਾਂ ਦਾ ਪ੍ਰਾਈਸ ਹੁੰਦਾ ਕਿਸੇ ਕਰੋਪ ਦਾ ਜਿਹੜਾ ਗਵਰਨਮੈਂਟ ਡਿਸਾਈਡ ਕਰ ਦਿੰਦੀ ਹੈ ਉਹਦੀ ਸੋਇੰਗ ਤੋਂ ਪਹਿਲਾਂ ਹੀ ਉਹਨੂੰ ਬੀਜਣ ਤੋਂ ਪਹਿਲਾਂ ਹੀ ਜਿਹੜਾ ਹੈ ਗਵਰਨਮੈਂਟ ਉਹਨੂੰ ਡਿਸਾਈਡ ਕਰ ਦਿੰਦੀ ਹੈ ਵੀ ਇਹਦਾ ਇਸ ਕਰੋਪ ਹੈ ਜਦੋਂ ਇਹ ਪੱਕ ਗਈ ਜਦੋਂ ਫਸਲ ਜਿਹੜੀ ਹੈ ਆਪਣੇ ਕੋਲ ਆ ਗਈ ਮੰਡੀ ਦੇ ਵਿੱਚ ਤਾਂ ਇਹਦਾ ਰੇਟ ਆ ਵਾਲਾ ਹੋਣ ਵਾਲਾ ਹੈ ਠੀਕ ਹੈ ਤਾਂ ਇਹ ਪਹਿਲਾਂ ਹੀ ਜਿਹੜਾ ਡਿਸਾਈਡ ਕਰ ਦਿੱਤਾ ਜਾਂਦਾ ਹਰੇਕ ਕਰੋਪ ਦਾ ਉਹਨੂੰ ਬੀਜਣ ਤੋਂ ਪਹਿਲਾਂ ਹੀ ਔਰ ਉਸ ਭਾਅ 'ਤੇ ਹੈ ਜਿਹੜਾ ਮੰਡੀ ਪ੍ਰਾਈਸ 'ਤੇ MSP 'ਤੇ ਮਿਨੀਮਮ ਸਪੋਰਟ ਪ੍ਰਾਈਸ 'ਤੇ ਆਪਣੀ ਕਰੋਪ ਵਿਕ ਜਾਂਦੀ ਹੈ ਜਿਹੜਾ MSP ਹੈ ਇਹਨੂੰ ਕੌਣ ਰਿਕਮੈਂਡ ਕਰਦਾ ਟੈਸਟ CACP ਦਾ ਕਮਿਸ਼ਨ ਫॉर ਐਗਰੀਕਲਚਰਲ ਕੋਸਟ ਐਂਡ ਪ੍ਰਾਈਸਿਸ ਇਹਨੂੰ ਜਿਹੜਾ MSP ਨੂੰ ਰਿਕਮੈਂਡ ਕਰਦਾ ਓਕੇ ਨੈਕਸਟ ਦ ਪ੍ਰੈਜ਼ੈਂਟ ਫਾਰਮਿੰਗ ਸਿਸਟਮ ਆਫ ਇੰਡੀਆ ਹੈਜ਼ ਬਿਕਮ ਪ੍ਰੈਜ਼ੈਂਟ ਜਿਹੜਾ ਫਾਰਮਿੰਗ ਸਿਸਟਮ ਹੈ ਇੰਡੀਆ ਦਾ ਉਹ ਕੀ ਹੈ ਮਾਰਕੀਟ ਓਰੀਐਂਟਡ ਹੈ ਆਪਣਾ ਜਿਹੜਾ ਹੁਣ ਵਾਲਾ ਪ੍ਰੈਜ਼ੈਂਟ ਮਾਰਕੀਟ ਸਿਸਟਮ ਹੈ ਫਾਰਮਿੰਗ ਸਿਸਟਮ ਹੈ ਸੋਰੀ ਠੀਕ ਹੈ ਕਿੱਦਾਂ ਦਾ ਫਾਰਮਿੰਗ ਸਿਸਟਮ ਹੈ ਇੰਡੀਆ ਦਾ ਬਿਲਕੁਲ ਮਾਰਕੀਟ ਓਰੀਐਂਟਡ ਹੈ ਮਾਰਕੀਟ ਦੇ ਉੱਪਰ ਡਿਪੈਂਡ ਕਰਦਾ ਜਿਹੜਾ ਆਪਣਾ ਜਿਹੜਾ ਹੈ ਫਾਰਮਿੰਗ ਸਿਸਟਮ ਹੈ ਕਿਹੜਾ ਹੈ ਮਾਰਕੀਟ ਓਰੀਐਂਟਡ ਕਿ ਆਪਣੇ ਮੰਡੀ ਦੇ ਉੱਤੇ ਡਿਪੈਂਡ ਕਰਦਾ ਸਾਰਾ ਆਪਣਾ ਜਿਹੜਾ ਫਾਰਮਿੰਗ ਸਿਸਟਮ ਹੈ ਮਾਰਕੀਟ ਓਰੀਐਂਟਡ ਹੈ ਨੈਕਸਟ ਕਿਹੜਾ ਕੈਮੀਕਲ which chemical is used for breaking tuber dormancy in potato ਟਿਊਬਰ ਹੁੰਦਾ ਪੋਟੈਟੋ ਹੀ ਕਹਿੰਦੇ ਆ ਪੋਟੈਟੋ ਹੀ ਟਿਊਬਰ ਹੁੰਦਾ
ਤਾਂ ਕਿਹੜਾ ਕੈਮੀਕਲ ਯੂਜ਼ ਕੀਤਾ ਜਾਂਦਾ ਪੋਟੈਟੋ ਦੇ ਵਿੱਚ ਉਹਦੀ ਡੋਰਮੈਂਸੀ ਨੂੰ ਬ੍ਰੇਕ ਕਰਨ ਵਾਸਤੇ, ਠੀਕ ਹੈ। ਉਹਦੀ ਡੋਰਮੈਂਸੀ ਹੈ, ਡੋਰਮੈਂਟ ਹੋ ਜਾਂਦਾ। ਡੋਰਮੈਂਸੀ ਕੀ ਹੁੰਦੀ ਹੈ ਕਿ ਇੱਦਾਂ ਦੀ ਕੰਡੀਸ਼ਨ ਆ ਜਾਂਦੀ ਹੈ ਜਦੋਂ ਉਹਦੀ ਗਰੋਥ ਇੱਕਦਮ ਜਿਹੜੀ ਹੈ ਰੁਕ ਜਾਂਦੀ ਹੈ, ਉਹਦੀ ਅੱਗੋਂ ਉਹਦੀ ਜਿਹੜੀ ਆਪਾਂ ਜਰਮੀਨੇਸ਼ਨ ਨਹੀਂ ਹੋ ਸਕਦੀ, ਡੋਰਮੈਂਟ ਹੋ ਜਾਂਦੇ ਆ, ਜਿਵੇਂ ਸੀਡਸ ਵਗੈਰਾ ਹੈ, ਕਿ ਉਹ ਜਿਹੜਾ ਹੈ ਇੱਕ ਡੋਰਮੈਂਟ ਕੰਡੀਸ਼ਨ 'ਚ ਆ ਗਏ, ਇੱਕ ਤਰ੍ਹਾਂ ਦੇ ਉਹਦੇ ਰੈਸਟਿੰਗ ਪੀਰੀਅਡ ਦੇ ਵਿੱਚ ਆ ਗਏ, ਜਦੋਂ ਉਹਨਾਂ ਦਾ ਹੈ ਉਹਦੀ ਗਰੋਥ ਪੋਸੀਬਲ ਨਹੀਂ ਹੋ ਸਕਦੀ, ਉਹਨਾਂ ਦਾ ਜਿਹੜਾ ਜਰਮੀਨੇਸ਼ਨ ਪੋਸੀਬਲ ਨਹੀਂ ਹੋ ਸਕਦਾ। ਅਗਰ ਕੋਈ ਕੰਡੀਸ਼ਨ ਆ ਗਈ, ਕੋਈ ਟਿਊਬਰ ਹੈ ਜਿਹੜੇ ਉਹ ਡੋਰਮੈਂਟ ਹੋ ਗਏ, ਠੀਕ ਹੈ, ਉਹਨਾਂ ਦੇ ਵਿੱਚ ਡੋਰਮੈਂਸੀ ਆ ਗਈ, ਉਹਨਾਂ ਦੇ ਵਿੱਚ ਰੈਸਟਿੰਗ ਸਟੇਜ ਆ ਗਈ, ਤਾਂ ਉਹਨੂੰ ਬ੍ਰੇਕ ਕਰਨ ਵਾਸਤੇ ਇੱਕ ਤੁਸੀਂ ਇੱਦਾਂ ਦੇ ਕੈਮੀਕਲਸ ਯੂਜ਼ ਕਰਦੇ ਆ। ਤਾਂ ਕਿਹੜਾ ਕੈਮੀਕਲ ਯੂਜ਼ ਹੁੰਦਾ ਆਲੂਆਂ ਦੇ ਵਿੱਚ? ਥਾਇਓ ਯੂਰੀਆ, ਠੀਕ ਹੈ। ਥਾਇਓ ਯੂਰੀਆ ਕੀ ਕਰੂਗਾ, ਜਦੋਂ ਆਪਾਂ ਥਾਇਓ ਯੂਰੀਆ ਦਾ ਆਪਾਂ ਆਲੂਆਂ ਨੂੰ ਟ੍ਰੀਟਮੈਂਟ ਦੇ ਦਾਂਗੇ ਤਾਂ ਉਹਨਾਂ ਦੀ ਜਿਹੜੀ ਡੋਰਮੈਂਸੀ ਬ੍ਰੇਕ ਹੋ ਜੂਗੀ, ਆਪਦੀ ਰੈਸਟਿੰਗ ਸਟੇਜ ਤੋਂ ਬਾਹਰ ਆ ਜਾਣਗੇ, ਠੀਕ ਹੈ। ਤਾਂ ਉਹ ਆਪਦੀ ਐਕਟਿਵ ਸਟੇਜ ਦੇ ਵਿੱਚ ਆ ਜਾਣਗੇ, ਫਿਰ ਉਹਨਾਂ ਦੀ ਜਿਹੜੀ ਆ ਸੋਇੰਗ ਕਰ ਸਕਦੇ ਹਾਂ, ਤਾਂ ਉਹਦੇ ਤੋਂ ਸੀਡ ਦੀ ਜਰਮੀਨੇਸ਼ਨ ਵਗੈਰਾ ਹੋ ਜਾਊਗੀ, ਠੀਕ ਹੈ। ਤਾਂ ਇਹ ਜਿਹੜਾ ਹੈ ਕਿ ਇੱਕ ਤਰ੍ਹਾਂ ਦਾ ਕੈਮੀਕਲ ਯੂਜ਼ ਹੁੰਦਾ ਜਿਹੜਾ ਥਾਇਓ ਯੂਰੀਆ, ਇੱਦਾਂ ਦਾ ਕੈਮੀਕਲ ਹੈ, ਉਹ ਯੂਜ਼ ਕੀਤਾ ਜਾਂਦਾ ਤਾਂ ਕਿ ਆਪਾਂ ਪ੍ਰੀਵੈਂਟ ਕਰ ਸਕੀਏ, ਆਪਾਂ ਡੋਰਮੈਂਸੀ ਨੂੰ ਬ੍ਰੇਕ ਕਰ ਸਕੀਏ, ਠੀਕ ਹੈ। ਦਿਸ ਇਜ਼ ਥਾਇਓ ਯੂਰੀਆ ਯੂਜ਼ ਇਨ ਪੋਟੈਟੋ। ਨੈਕਸਟ, ਦਾ ਫਸਟ ਕਮਰਸ਼ੀਅਲ ਹਾਈਬ੍ਰਿਡ ਕੋਟਨ, ਜਿਹੜੀ ਪਹਿਲੀ ਹਾਈਬ੍ਰਿਡ ਕੋਟਨ ਹੈ ਪੂਰੇ ਵਰਲਡ ਦੇ ਵਿੱਚ ਕਿਹੜੀ ਹੈ? ਆਪਣੇ ਵਰਲਡ ਦੇ ਗੱਲ ਕੀਤੀ ਗਈ ਹੈ, ਆਪਣੇ ਵਰਲਡ ਦੇ ਵਿੱਚ ਸਭ ਤੋਂ ਪਹਿਲਾ ਹਾਈਬ੍ਰਿਡ ਕੋਟਨ ਕਿਹੜਾ ਬਣਿਆ ਸੀ? ਦੈਟ ਇਜ਼ ਹਾਈਬ੍ਰਿਡ 4। ਹਾਈਬ੍ਰਿਡ 4 ਜਿਹੜਾ ਕੋਟਨ ਤਿਆਰ ਹੋਈ ਸੀ, ਪਹਿਲੀ ਹਾਈਬ੍ਰਿਡ 4 ਕੋਟਨ ਰੈਡੀ ਹੋਈ ਸੀ ਵਰਲਡ ਦੇ ਵਿੱਚ, ਦੈਟ ਇਜ਼ ਹਾਈਬ੍ਰਿਡ 4 ਫਸਟ ਕਮਰਸ਼ੀਅਲ ਹਾਈਬ੍ਰਿਡ, ਠੀਕ ਹੈ। ਇੱਦਾਂ ਦਾ ਹਾਈਬ੍ਰਿਡ ਤਿਆਰ ਕੀਤਾ ਗਿਆ ਸੀ। ਹਾਈਬ੍ਰਿਡ ਤਿਆਰ ਕਰਦੇ ਕਿ ਦੋ ਵਰਾਇਟੀਜ਼ ਦਾ ਕ੍ਰੋਸ ਕਰਾ ਕੇ ਆਪਾਂ ਇੱਕ ਵਰਾਇਟੀ ਹਾਈਬ੍ਰਿਡ ਤਿਆਰ ਕਰ ਲੈਂਦੇ ਹਾਂ, ਤਾਂ ਕਿ ਜਿਹੜੀਆਂ ਆਪਣੀਆਂ ਕੁਆਲਿਟੀਜ਼ ਜਿਹੜੀ ਆਪਾਂ ਨੂੰ ਚਾਹੀਦੀ ਸੀ ਇੱਕੋ ਕਰੋਪ ਦੇ ਅੰਦਰ ਆ ਜਾਵੇ। ਤਾਂ ਹਾਈਬ੍ਰਿਡ ਕੋਟਨ ਦਾ ਜਿਹੜਾ ਹੈ ਤਿਆਰ ਕੀਤਾ ਗਿਆ ਸੀ, ਦੈਟ ਇਜ਼ ਹਾਈਬ੍ਰਿਡ 4। ਓਕੇ, ਨੈਕਸਟ, ਬੰਗਲੌਰ ਇਜ਼ ਆਲਸੋ ਨੋਨ ਐਜ਼, ਬੰਗਲੌਰ ਨੂੰ ਕੀ ਕਿਹਾ ਜਾਂਦਾ? ਬੰਗਲੌਰ ਨੂੰ ਗਾਰਡਨ ਸਿਟੀ ਕਿਹਾ ਜਾਂਦਾ, ਠੀਕ ਹੈ। ਬੰਗਲੌਰ ਇਜ਼ ਨੋਨ ਐਜ਼ ਗਾਰਡਨ ਸਿਟੀ। ਬੰਗਲੌਰ ਦੇ ਵਿੱਚ ਦੇਖੋ ਬਹੁਤ ਜ਼ਿਆਦਾ ਗਾਰਡਨਸ ਹੈ, ਠੀਕ ਹੈ, ਕਾਫੀ ਜ਼ਿਆਦਾ ਜਿਹੜੇ ਗਾਰਡਨਸ ਹੈ, ਬਹੁਤ ਅੱਛੇ ਅੱਛੇ ਗਾਰਡਨਸ ਹੈ, ਇਸ ਕਰਕੇ ਜਿਹੜਾ ਇਹਨੂੰ ਕੀ ਆਉਂਦਾ ਬੰਗਲੌਰ ਨੂੰ ਗਾਰਡਨ ਸਿਟੀ, ਗਾਰਡਨ ਸਿਟੀ ਦੇ ਨਾਮ ਤੋਂ ਮਸ਼ਹੂਰ ਹੈ। ਬੰਗਲੌਰ ਇਜ਼ ਗਾਰਡਨ ਸਿਟੀ। ਓਕੇ, ਨੈਕਸਟ, ਓਰੀਜਨ ਆਫ ਪੋਟੈਟੋ, ਪੋਟੈਟੋ ਦਾ ਓਰੀਜਨ ਕੀ ਹੈ? ਦੇਖੋ ਅਲੱਗ ਅਲੱਗ ਹੈ, ਜਿਵੇਂ ਮੂੰਗੀ ਹੈ, ਕੋਟਨ ਹੈ, ਠੀਕ ਹੈ, ਬ੍ਰਿੰਜਲ ਹੈ, ਇਹਨਾਂ ਦਾ ਓਰੀਜਨ ਇੰਡੀਆ ਹੀ ਹੈ। ਜਵਾਰਾ ਹੈ, ਬਾਜਰਾ, ਇਹਨਾਂ ਦਾ ਓਰੀਜਨ ਅਫਰੀਕਾ ਹੈ। ਬਹੁਤ ਸਾਰੀਆਂ ਇੱਦਾਂ ਦੀ ਕ੍ਰੋਪਸ ਹੈ ਜਿਨ੍ਹਾਂ ਦਾ ਓਰੀਜਨ ਪੀਰੂ ਹੈ, ਅਮੈਰੀਕਾ ਹੈ, ਠੀਕ ਹੈ। ਤਾਂ ਇਹਦੇ ਵਿੱਚੋਂ ਉਹ ਹੈ ਪੋਟੈਟੋ ਦਾ ਓਰੀਜਨ ਕੀ ਹੈ? ਦੈਟ ਇਜ਼ ਪੀਰੂ, ਸਾਊਥ ਅਮੈਰੀਕਾ, ਠੀਕ ਹੈ। ਪੀਰੂ ਸਾਊਥ ਅਮੈਰੀਕਾ ਇਜ਼ ਦਾ ਓਰੀਜਨ ਆਫ ਪੋਟੈਟੋ। ਪੋਟੈਟੋ ਪੀ ਤੋਂ ਤੁਸੀਂ ਯਾਦ ਰੱਖਣਾ ਉਹਦਾ ਓਰੀਜਨ ਪਲੇਸ ਕੀ ਹੈ? ਓਰੀਜਨ ਪਲੇਸ ਹੁੰਦਾ ਨੇਟਿਵ ਪਲੇਸ, ਜਿੱਥੇ ਉਹ ਜਿਹੜੀ ਹੈ ਬਣੀ ਹੈ ਕ੍ਰੋਪ, ਉਹਨੂੰ ਕਿਹਾ ਜਾਂਦਾ ਓਰੀਜਨ ਪਲੇਸ, ਨੇਟਿਵ ਪਲੇਸ, ਦੈਟ ਇਜ਼ ਪੀਰੂ, ਸਾਊਥ ਅਮੈਰੀਕਾ। ਓਕੇ, ਸਾਊਥ ਅਮੈਰੀਕਾ is the origin place of Peru, sorry, potato is Peru, South America. Now move to next question. Dormancy breaking hormone, ਡੋਰਮੈਂਸੀ ਬ੍ਰੇਕ ਕਰਨ ਵਾਲਾ ਹਾਰਮੋਨ ਹੁੰਦਾ ਦੈਟ ਇਜ਼ ਸਾਈਟੋਕਾਈਨਿਨ, ਠੀਕ ਹੈ। ਇਹ ਡੋਰਮੈਂਸੀ ਵੀ ਬ੍ਰੇਕ ਕਰ ਦਿੰਦਾ, ਵੈਸੇ ਇਹ ਸੈੱਲ ਡਿਵੀਜ਼ਨ ਕਰਦਾ ਮੇਨਲੀ, ਠੀਕ ਹੈ, ਸੈੱਲ ਦੇ ਡਿਵੀਜ਼ਨ ਵਿੱਚ ਕੰਮ ਆਉਂਦਾ, ਔਰ ਇਹ ਡੋਰਮੈਂਸੀ ਵੀ ਬ੍ਰੇਕ ਕਰ ਦਿੰਦਾ। ਡੋਰਮੈਂਸੀ ਬ੍ਰੇਕਿੰਗ ਹਾਰਮੋਨ ਕਿਹੜਾ ਹੈ? ਸਾਈਟੋਕਾਈਨਿਨ। ਐਂਡ ਜਿਬਰਲਿਨਸ ਵਗੈਰਾ ਉਹ ਵੀ ਜਿਹੜੇ ਹੈ ਡੋਰਮੈਂਸੀ ਬ੍ਰੇਕ ਕਰ ਦਿੰਦੇ। ਇੱਦਾਂ ਦੇ ਗਰੋਥ ਹਾਰਮੋਨਸ ਹੁੰਦੇ ਆ, ਇਹਨਾਂ ਦਾ ਅਲੱਗ ਅਲੱਗ ਫੰਕਸ਼ਨਸ ਹੁੰਦਾ, ਕੋਈ ਡੋਰਮੈਂਸੀ ਇੰਡਿਊਸ ਕਰਦਾ, ਕੋਈ ਗਰੋਥ ਕਰਦਾ, ਕੋਈ ਬ੍ਰੇਕ ਕਰਦਾ, ਕੋਈ ਰਾਈਪਨਿੰਗ 'ਚ ਯੂਜ਼ ਹੁੰਦਾ, ਠੀਕ ਹੈ, ਫਲਾਂ ਨੂੰ ਪਕਾਉਣ ਵਿੱਚ ਯੂਜ਼ ਹੁੰਦਾ, ਲਾਈਕ ਦੈਟ। ਤਾਂ ਜਿਹੜਾ ਹੈ ਆਪਣਾ ਸਾਈਟੋਕਾਈਨਿਨ ਹੁੰਦਾ, ਇਹ ਸੈੱਲ ਡਿਵੀਜ਼ਨ ਦੇ ਵਿੱਚ ਵੀ ਯੂਜ਼ ਹੁੰਦਾ, ਐਂਡ ਆਲਸੋ ਆਪਾਂ ਕਹਿੰਦੇ ਹਾਂ ਡੋਰਮੈਂਸੀ ਵੀ ਬ੍ਰੇਕ ਕਰਨ ਦੇ ਵਿੱਚ ਯੂਜ਼ ਹੁੰਦਾ। ਓਕੇ, ਦੈਟ ਇਜ਼ ਸਾਈਟੋਕਾਈਨਿਨ। ਦਾ ਇੱਕ ਹੋਰ ਫੰਕਸ਼ਨ ਹੈ ਦੈਟ ਇਜ਼ ਸੈੱਲ ਡਿਵੀਜ਼ਨ, ਉਹ ਵੀ ਕਰਦਾ ਇਹ, ਐਂਡ ਆਲਸੋ ਡੋਰਮੈਂਸੀ ਵੀ ਬ੍ਰੇਕ ਕਰਦਾ। ਨੈਕਸਟ, the element involved in energy transfer and storage in plants, ਇੱਕ ਇੱਦਾਂ ਦਾ ਐਲੀਮੈਂਟ ਹੈ ਜਿਹੜਾ ਯੂਜ਼ ਹੁੰਦਾ ਕਿ ਉਹ ਐਨਰਜੀ ਨੂੰ ਟਰਾਂਸਫਰ ਕਰਦਾ, ਅਤੇ ਉਹ ਮਤਲਬ ਕੋਈ ਤੁਸੀਂ ਨਿਊਟਰੈਂਟ ਵਗੈਰਾ ਦਿੱਤਾ ਉਹਨੂੰ ਪੂਰਾ ਟਰਾਂਸਫਰ ਕਰ ਦੇਣਾ, ਉਹਨੂੰ ਸਟੋਰ ਕਰਕੇ ਰੱਖਣਾ ਪਲਾਂਟ ਦੇ ਵਿੱਚ, ਦੈਟ ਇਜ਼ ਫੋਸਫੋਰਸ, ਠੀਕ ਹੈ। ਵੀ ਤੁਸੀਂ ਨਿਊਟਰੈਂਟਸ ਦਿੱਤੇ ਆ,
ਤਾਂ ਉਹ ਉਹਨੇ ਸਾਰੇ ਪਲਾਂਟ ਨੂੰ, ਬੂਟਿਆਂ ਨੂੰ ਸਪਲਾਈ ਵੀ ਕਰਨਾ ਹੈ, ਠੀਕ ਹੈ, ਐਂਡ ਜਿਹੜਾ ਐਨਰਜੀ ਵੀ ਟਰਾਂਸਫਰ ਕਰਨੀ ਹੈ, ਆਲਸੋ ਉਹਨੂੰ ਸਟੋਰ ਵੀ ਕਰਕੇ ਰੱਖਣਾ ਹੈ। ਦੈਟ ਇਜ਼ ਫੋਸਫੋਰਸ ਦਾ ਇਹ ਕੰਮ ਹੁੰਦਾ ਕਿ ਐਨਰਜੀ ਨੂੰ ਸਾਰੇ ਪਾਰਟਸ ਦੇ ਵਿੱਚ ਉਹ ਸਪਲਾਈ ਵੀ ਕਰਦਾ ਐਂਡ ਆਲਸੋ ਸਟੋਰ ਵੀ ਕਰਕੇ ਰੱਖਦਾ। ਦੈਟ ਇਜ਼ ਫੋਸਫੋਰਸ। ਫੋਸਫੋਰਸ ਦਾ ਇਹ ਕੰਮ ਹੁੰਦਾ, ਠੀਕ ਹੈ, ਐਨਰਜੀ ਦੀ ਸਪਲਾਈ ਵੀ ਕਰਨਾ, ਉਹਨੂੰ ਸਟੋਰ ਵੀ ਕਰਕੇ ਰੱਖਣਾ। ਨੈਕਸਟ, ਫਰੂਟ ਰਾਈਪਨਿੰਗ ਹਾਰਮੋਨ। ਫਲਾਂ ਨੂੰ ਪਕਾਉਣ ਵਾਸਤੇ ਇੱਕ ਇੱਦਾਂ ਦਾ ਹਾਰਮੋਨ ਯੂਜ਼ ਹੁੰਦਾ, ਦੈਟ ਇਜ਼ ਇਹ ਪਲਾਂਟ ਗਰੋਥ ਹਾਰਮੋਨ ਹੈ, ਕਿ ਉਹਨਾਂ ਨੂੰ ਅਗਰ ਤੁਸੀਂ ਜਲਦੀ ਪਕਾਉਣਾ ਹੈ ਜਾਂ ਫਿਰ ਤੁਸੀਂ ਜਿਹੜਾ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਟਰੀ ਤੋਂ ਉਤਾਰ ਕੇ ਤੋਂ ਬਾਅਦ ਪਕਾਉਣਾ ਚਾਹੁੰਦੇ ਹੋ, ਦੈਟ ਇਜ਼ ਇਥਾਈਲਿਨ, ਠੀਕ ਹੈ। ਇਥਾਈਲਿਨ ਇੱਦਾਂ ਦਾ ਹਾਰਮੋਨ, ਗਰੋਥ ਹਾਰਮੋਨ ਹੁੰਦਾ ਜਿਹੜਾ ਫਲਾਂ ਨੂੰ ਪਕਾਉਣ ਵਾਸਤੇ ਯੂਜ਼ ਕੀਤਾ ਜਾਂਦਾ। ਇੱਕ ਹੁੰਦਾ ਇਥਾਈਲਿਨ ਦਾ ਪਾਰਟ ਇਥਰਲ, ਇੱਕ ਹੁੰਦਾ ਇਥੋਫੋਨ, ਠੀਕ ਹੈ। ਜਿਹੜੀ ਇਥਰਲ ਹੁੰਦਾ ਉਹ ਇੱਕ ਤਰ੍ਹਾਂ ਦਾ ਲਿਕੁਇਡ ਫਾਰਮ ਦੇ ਵਿੱਚ ਹੁੰਦਾ, ਇਥੋਫੋਨ ਹੁੰਦੀ ਹੈ ਉਹ ਇੱਕ ਤਰ੍ਹਾਂ ਦੀ ਜਿਹੜੀ ਹੈ ਗੈਸ਼ੀਅਸ ਫਾਰਮ ਦੇ ਵਿੱਚ ਹੁੰਦੀ ਹੈ। ਇਥੋਫੋਨ ਇਜ਼ ਗੈਸ਼ੀਅਸ ਐਂਡ ਇਥਰਲ ਇਜ਼ ਇਨ ਲਿਕੁਇਡ ਫਾਰਮ ਦੇ ਵਿੱਚ। ਇਥਾਈਲਿਨ ਦੀਆਂ ਦੋ ਟਾਈਪਸ ਹੈ ਇਹ, ਠੀਕ ਹੈ। ਇਥਾਈਲਿਨ ਕਾਹਦੇ ਵਾਸਤੇ ਯੂਜ਼ ਕੀਤਾ ਜਾਂਦਾ? ਫਲਾਂ ਨੂੰ ਪਕਾਉਣ ਵਾਸਤੇ, ਰਾਈਪਨਿੰਗ ਵਾਸਤੇ ਜਿਹੜਾ ਹੈ ਯੂਜ਼ ਹੁੰਦਾ। ਰਾਈਪਨਿੰਗ ਹਾਰਮੋਨ ਹੈ ਇਹ, ਗਰੋਥ ਹਾਰਮੋਨ। ਨੈਕਸਟ, ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ MSP ਹੈ, ਦੈਟ ਇਜ਼ ਫੁੱਲ ਫੋਮ ਉਹਦਾ ਮਿਨੀਮਮ ਸਪੋਰਟ ਪ੍ਰਾਈਸ ਹੈ। ਗੌਰਮੈਂਟ ਉਹਨੂੰ ਡਿਸਾਈਡ ਕਰਦਾ ਉਹਦੇ ਕਿਸੇ ਵੀ ਫਸਲ ਹੈ ਉਹਦੇ ਜਿਹੜੇ ਲਾਉਣ ਤੋਂ ਪਹਿਲਾਂ, ਔਰ ਉਹਦੇ ਅੰਦਰ ਜਿਹੜਾ ਹੈ ਉਹਨੂੰ ਰਿਕਮੈਂਡ ਕਿਹਨੇ ਕੀਤਾ ਗਿਆ? ਦੈਟ ਇਜ਼ CACP ਨੇ ਇਹ ਰਿਕਮੈਂਡ ਕੀਤੀ ਹੈ। ਜਿਹੜੀ MSP ਹੈ ਉਹਨੂੰ ਫਾਰਮੂਲੇਟ ਕਿਹਨੇ ਕੀਤਾ, ਉਹਨੂੰ ਰਿਕਮੈਂਡ ਕਿਹਨੇ ਕੀਤਾ? ਦੈਟ ਇਜ਼ CACP, ਕਮਿਸ਼ਨ ਔਨ ਐਗਰੀਕਲਚਰਲ ਕੋਸਟ ਐਂਡ ਪ੍ਰਾਈਸਿਸ, ਕਮਿਸ਼ਨ ਔਨ ਐਗਰੀਕਲਚਰਲ ਕੋਸਟ ਐਂਡ ਪ੍ਰਾਈਸਿਸ। ਐਂਡ ਟੋਟਲ ਇਹਦੇ ਵਿੱਚ ਜਿਹੜੀਆਂ ਹੈ ਹੁਣ 23 ਕ੍ਰੋਪਸ ਅਵੇਲੇਬਲ ਹੈ, ਅਤੇ 28 ਲਿਖਿਆ ਹੋਇਆ ਬਿਲਕੁਲ ਗਲਤ ਹੈ, ਠੀਕ ਹੈ। ਹੁਣ ਇਸ ਟਾਈਮ 22 ਤੋਂ 23 ਜਿਹੜੀਆਂ ਕ੍ਰੋਪਸ MSP ਦੇ ਅੰਡਰ ਜਿਹੜੀਆਂ ਆਉਂਦੀਆਂ। ਓਕੇ, ਨਾਓ ਮੂਵ ਟੂ ਨੈਕਸਟ ਕੁਐਸਚਨ, that is luxury consumption or maximum uptake nutrient is। ਸਭ ਤੋਂ ਜ਼ਿਆਦਾ ਮੈਂ ਕਹਿੰਦੀ ਹਾਂ ਈਜ਼ੀਲੀ ਜਿਹੜਾ ਹੈ ਲਗਜ਼ਰੀਲੀ ਆਪਾਂ ਕਹਿੰਦੇ ਹਾਂ ਅਪਟੇਕ ਹੋ ਜਾਂਦੀ ਹੈ ਕਿਹੜੇ ਨਿਊਟਰੈਂਟ ਦੀ? ਬੂਟਾ ਉਹਨੂੰ ਬਹੁਤ ਸੌਖੇ ਤਰੀਕੇ ਨਾਲ ਜਿਹੜਾ ਹੈ ਆਪਣੇ ਅਪਟੇਕ ਕਰ ਲੈਂਦਾ, ਕੰਜ਼ਿਊਮ ਕਰ ਲੈਂਦਾ ਸੋਇਲ 'ਚੋਂ, ਔਰ ਬਾਅਦ 'ਚੋਂ ਜਿਹੜਾ ਹੈ ਪਲਾਂਟ ਨੂੰ ਅਵੇਲੇਬਲ ਵੀ ਈਜ਼ੀਲੀ ਹੋ ਜਾਂਦਾ ਹੈ, ਠੀਕ ਹੈ। ਉਹਦੀ ਲਗਜ਼ਰੀ ਕੰਜ਼ੰਪਸ਼ਨ ਹੋ ਜਾਂਦੀ ਹੈ, ਉਹਨੂੰ ਕੰਜ਼ਿਊਮ ਕਰਨਾ ਸੌਖਾ, ਉਹਦਾ ਅਪਟੇਕ ਜਿਹੜਾ ਈਜ਼ੀਲੀ ਹੋ ਜਾਂਦਾ। ਦੈਟ ਇਜ਼ ਪੋਟਾਸ਼। ਪੋਟਾਸ਼ ਜਿਹੜਾ ਹੁੰਦਾ ਦੈਟ ਇਜ਼ ਜਿਹੜਾ ਹੈ ਲਗਜ਼ਰੀ ਕੰਜ਼ੰਪਸ਼ਨ ਹੁੰਦਾ, ਮੈਕਸੀਮਮ ਅਪਟੇਕ ਨਿਊਟਰੈਂਟ ਹੁੰਦਾ, ਦੈਟ ਇਜ਼ ਪੋਟਾਸ਼। ਪੋਟਾਸ਼ ਕਹਿ ਸਕਦੇ ਹਾਂ, ਜਿਹੜਾ ਪੋਟਾਸ਼ ਹੈ ਉਹ ਈਜ਼ੀਲੀ ਆਪਾਂ ਕਹਿ ਸਕਦੇ ਹਾਂ ਜਿਹੜਾ ਹੈ ਕੰਜ਼ੰਪਸ਼ਨ ਹੁੰਦੀ ਹੈ ਐਂਡ ਮੈਕਸੀਮਮ ਉਹਦੀ ਅਪਟੇਕ ਹੁੰਦੀ ਹੈ। ਦੇਖੋ ਗਾਈਜ਼, ਆਈ ਹੋਪ ਸਭ ਨੂੰ ਜਿਹੜਾ ਹੈ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ, ਐਂਡ ਤੁਸੀਂ ਮੈਕਸੀਮਮ ਟੂ ਮੈਕਸੀਮਮ ਜਿਹੜਾ ਲਾਈਕ ਸ਼ੇਅਰ ਕਰਨਾ। ਅਗਰ ਤੁਸੀਂ ਇੱਦਾਂ ਦੇ ਹੀ ਸੀਰੀਜ਼ ਹੋਰ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਜਿਹੜੀਆਂ ਸੀਰੀਜ਼ ਕੰਟੀਨਿਊ ਕੀਤੀਆਂ ਜਾਣ, ਐਂਡ ਜਿਹੜਾ ਹੈ ਆਪਾਂ ਹੋਰ ਵੀ ਇੱਦਾਂ ਦੀ ਸੀਰੀਜ਼ ਫਿਰ ਲਿਆਉਂਦੇ ਰਹਾਂਗੇ, ਠੀਕ ਹੈ। ਤੁਸੀਂ ਗਾਈਜ਼ ਕੋਈ ਕਮੈਂਟ ਕਰੋਗੇ ਤਾਂ ਹੀ ਜਿਹੜਾ ਹੈ ਆਪਾਂ ਸੀਰੀਜ਼ ਨੂੰ ਕੰਟੀਨਿਊ ਕਰ ਪਾਵਾਂਗੇ। ਸੋ ਅਗਰ ਤੁਹਾਨੂੰ ਸੈਸ਼ਨ ਅੱਛਾ ਲੱਗ ਰਿਹਾ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਕਰੋ। ਨੈਕਸਟ ਕੁਐਸਚਨ ਪਲੀਜ਼, crop ਕਨੋਪੀ ਟੈਂਪਰੇਚਰ ਇਜ਼ ਮੇਜਰਡ ਬਾਏ, ਠੀਕ ਹੈ। ਕਰੋਪ ਹੈ ਉਹਦਾ ਜਿਹੜੇ ਉੱਤੇ ਉੱਤੇ ਵਾਲੀ ਕਨੋਪੀ ਹੁੰਦੀ ਹੈ, ਕਨੋਪੀ ਮਤਲਬ ਜਿਹੜੇ ਉੱਪਰ ਵਾਲਾ ਜਿਹੜਾ ਹੁੰਦਾ ਲਾਈਕ ਟਰੀ ਹੈ ਉਹਦੀ ਉੱਪਰ ਵਾਲੀ ਜਿਹੜੀ ਕਨੋਪੀ ਹੁੰਦੀ ਹੈ, ਦਿਸ ਇਜ਼ ਕਨੋਪੀ, ਠੀਕ ਹੈ। ਆਹ ਕਨੋਪੀ ਹੋਊਗੀ, ਟਰੀ ਹੈ ਉਹਦੀ ਉੱਪਰ ਵਾਲੀ ਜਿਹੜੀ ਕਨੋਪੀ ਹੈ ਜਾਂ ਕਰੋਪ ਹੈ, ਉੱਤੇ ਵਾਲਾ ਜਿਹੜਾ ਹਿੱਸਾ ਹੁੰਦਾ ਜਿੱਥੇ ਫੋਲੀਏਜ ਹੁੰਦੀ ਹੈ, ਆਪਾਂ ਕਹਿ ਸਕਦੇ ਹਾਂ ਪੱਤੇ ਪੁੱਤੇ ਆ, ਕਨੋਪੀ ਹੈ, ਇਹਨੂੰ ਕੈਨੋਪੀ ਕਹਿੰਦੇ ਆ। ਔਰ ਉਹਦਾ ਟੈਂਪਰੇਚਰ ਮੇਜਰ ਕਰਨਾ, ਠੀਕ ਹੈ। ਕਰੋਪ ਦੀ ਜਿਹੜਾ ਕੈਨੋਪੀ ਦਾ ਟੈਂਪਰੇਚਰ ਹੈ, ਉੱਤੇ ਵਾਲੇ ਹਿੱਸੇ ਦਾ ਜਿਹੜਾ ਟੈਂਪਰੇਚਰ ਹੈ ਉਹ ਕਿੰਨਾ, ਇਹ ਆਪਾਂ ਮੇਜਰ ਕਰਦੇ ਹਾਂ ਇਨਫਰਾਰੈੱਡ ਥਰਮੋਮੀਟਰ ਦੇ ਨਾਲ। ਇੱਕ ਇੱਦਾਂ ਦਾ ਇਨਫਰਾਰੈੱਡ ਥਰਮੋਮੀਟਰ ਆਉਂਦਾ, ਉਹ ਕਰੋਪ ਹੈ ਉਹਦੇ ਉੱਤੇ ਵਾਲੇ ਹਿੱਸੇ ਦੀ ਕਨੋਪੀ ਦੀ ਜਿਹੜੀ ਹੈ ਆਪਾਂ ਟੈਂਪਰੇਚਰ ਮੇਜਰ ਕਰਨਾ ਕਿ ਉੱਤੇ ਹੁੰਦਾ ਉਤਲੇ ਹਿੱਸੇ 'ਤੇ ਕਿੰਨਾ ਜਿਹੜਾ ਟੈਂਪਰੇਚਰ ਹੈ, ਦੈਟ ਇਜ਼ ਮੇਜਰਡ ਵਿਦ ਦਾ ਹੈਲਪ ਆਫ ਇਨਫਰਾਰੈੱਡ ਥਰਮੋਮੀਟਰ। ਇਨਫਰਾਰੈੱਡ ਥਰਮੋਮੀਟਰ ਦੇ ਨਾਲ ਆਪਾਂ ਉਹਨੂੰ ਮੇਜਰ ਕਰਦੇ ਹਾਂ। ਨੈਕਸਟ, ਸਕੈਂਡਰੀ ਨਿਊਟਰੈਂਟਸ ਪਲਾਂਟ ਨਿਊਟਰੈਂਟਸ ਆਰ। ਕੁਝ ਸਕੈਂਡਰੀ ਪਲਾਂਟ ਨਿਊਟਰੈਂਟਸ ਹੁੰਦੇ ਆ, ਠੀਕ ਹੈ, ਉਹ ਦੈਟ ਇਜ਼ ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ। ਪ੍ਰਾਇਮਰੀ ਪਲਾਂਟ ਨਿਊਟਰੈਂਟਸ ਹੁੰਦੇ ਆ ਨਾਈਟ੍ਰੋਜਨ, ਫੋਸਫੋਰਸ ਐਂਡ ਪੋਟਾਸ਼। ਐਂਡ ਜਿਹੜੇ ਸਕੈਂਡਰੀ ਪਲਾਂਟ ਨਿਊਟਰੈਂਟਸ ਹੁੰਦੇ ਆ ਦੈਟ ਇਜ਼ ਕੈਲਸ਼ੀਅਮ, ਮੈਗਨੀਸ਼ੀਅਮ ਐਂਡ ਸਲਫਰ।
ਓਕੇ, ਇਹ ਹੁੰਦੇ ਆ ਕੈਲਸ਼ੀਅਮ, ਮੈਗਨੀਸ਼ੀਅਮ ਐਂਡ ਸਲਫਰ ਜਿਹੜੇ ਸੈਕੰਡਰੀ ਹੁੰਦੇ ਆ। ਪ੍ਰਾਇਮਰੀ ਦੇ ਵਿੱਚ ਕਿਹੜੇ ਆਉਂਦੇ ਆ, ਦੈਟ ਇਜ਼ ਨਾਈਟ੍ਰੋਜਨ, ਫੋਸਫੋਰਸ ਐਂਡ ਪੋਟਾਸ਼। ਨੈਕਸਟ, ਕਿਹੜਾ ਮੈਥਡ ਆ ਸ਼ੂਗਰ ਕੇਨ ਦਾ ਸੋਇੰਗ ਦਾ ਜਿਹੜਾ ਪ੍ਰੀਵੈਂਟ ਕਰਦਾ ਲੋਜਿੰਗ। ਲੋਜਿੰਗ ਤੋਂ ਮਤਲਬ ਹੈ ਉਹਨੂੰ ਆਪਾਂ ਕਹਿ ਦਿੰਦੇ ਆਪਣੀ ਕਰੋਪ ਵਿਛ ਗਈ, ਠੀਕ ਹੈ। ਬਹੁਤ ਜ਼ਿਆਦਾ ਤੇਜ਼ ਜਦੋਂ ਹਵਾਵਾਂ ਚੱਲਦੀਆਂ, ਜਦੋਂ ਆਪਾਂ ਕਹਿੰਦੇ ਹਨੇਰੀ ਆਉਂਦੀ ਹੈ, ਤਾਂ ਆਪਣੀ ਜਿਹੜੀਆਂ ਕਰੋਪਸ ਹੈ ਵਿਛ ਜਾਂਦੀਆਂ, ਐਵੇਂ ਉੱਥੇ ਲੰਬੀਆਂ ਪੈ ਜਾਂਦੀਆਂ, ਵਿਛ ਜਾਂਦੀਆਂ, ਠੀਕ ਹੈ। ਤਾਂ ਉਹਦੇ ਨਾਲ ਆਪਣਾ ਇਕਨੋਮਿਕ ਲੋਸ ਹੋ ਜਾਂਦਾ, ਆਪਣਾ ਜਿਹੜਾ ਕਰੋਪ ਹੈ ਖ਼ਰਾਬ ਹੋ ਜਾਂਦੀ ਹੈ। ਜਿਵੇਂ ਰਾਈਸ ਵੀਟ ਹੈ ਤਾਂ ਉਹਦੇ 'ਚੋਂ ਦਾਣੇ ਬਾਹਰ ਆ ਜਾਂਦੇ ਆ, ਤਾਂ ਆਪਣਾ ਜਿਹੜਾ ਇਕਨੋਮਿਕ ਲੋਸ ਹੋ ਜਾਂਦਾ। ਤਾਂ ਇੱਦਾਂ ਸ਼ੂਗਰ ਕੇਨ ਹੈ, ਇਹਦੇ ਵਿੱਚ ਵੀ ਬਹੁਤ ਹੀ ਪ੍ਰੋਬਲਮ ਦੇਖੀ ਗਈ ਸੀ। ਤਾਂ ਇਹ ਤੋਂ ਬਾਅਦ ਜਿਹੜਾ ਇਹਨਾਂ ਦੇ ਟਰੰਚ ਮੈਥਡ ਯੂਜ਼ ਕਰਨ ਲੱਗ ਗਏ। ਇਹਦੇ 'ਚ ਕੀ ਹੁੰਦਾ ਕਿ ਥੋੜ੍ਹੇ ਆਪਾਂ 75 ਤੋਂ 90 ਸੈਂਟੀਮੀਟਰ ਦੀ ਦੂਰੀ 'ਤੇ ਜਿਹੜੀਆਂ ਟਰੰਚਿਸ ਬਣਾਈਆਂ ਜਾਂਦੀਆਂ, ਠੀਕ ਹੈ। ਤਾਂ ਟਰੰਚ ਜਿਹੜੀ ਹੁੰਦੀ ਹੈ 20 ਤੋਂ 25 ਸੈਂਟੀਮੀਟਰ ਡੂੰਘੀ ਬਣਾਈ ਜਾਂਦੀ ਹੈ। ਉਹ ਡੂੰਘਾ ਇੱਦਾਂ ਦਾ ਬਣਾ ਕੇ ਸਿਸਟਮ ਜਿਹੜਾ ਹੈ, ਟਰੰਚਿਸ ਬਣਾ ਕੇ 20 ਤੋਂ 25 ਸੈਂਟੀਮੀਟਰ ਡੂੰਘੀਆਂ ਬਣਾ ਕੇ, ਤਾਂ ਉੱਥੇ ਤੁਸੀਂ ਸੋਇੰਗ ਕਰਨੀ ਹੈ। ਜਦੋਂ ਡੂੰਘੀ ਹੋਊਗੀ ਤਾਂ ਇੱਕ ਤਰ੍ਹਾਂ ਦੀ ਉਹਨੂੰ ਸਪੋਰਟ ਮਿਲ ਜੂਗੀ, ਠੀਕ ਹੈ। ਤਾਂ ਉਹਦੇ ਨਾਲ ਸਪੋਰਟ ਦੀ ਚੱਕਰ ਦੇ ਵਿੱਚ ਆਪਾਂ ਕਹਿੰਦੇ ਹਾਂ ਇੱਦਾਂ ਦਾ ਟਰੰਚ ਸਿਸਟਮ ਬਣਾਇਆ ਗਿਆ ਕਿ ਸਪੋਰਟ ਮਿਲ ਜੂਗੀ, ਉਹਦੇ ਨਾਲ ਜਿਹੜੀ ਆ ਉਹਦੀ ਲੋਜਿੰਗ ਦੀ ਸਮੱਸਿਆ, ਜਿਹੜੀ ਵਿਸ਼ਨ ਦੀ ਸਮੱਸਿਆ ਨਹੀਂ ਆਊਗੀ, ਠੀਕ ਹੈ। ਇੱਦਾਂ ਦਾ ਸਿਸਟਮ ਸ਼ੂਗਰ ਕੇਨ ਦਾ ਯੂਜ਼ ਕੀਤਾ ਜਾਂਦਾ ਟਰੰਚ ਸਿਸਟਮ। ਇਹਦੇ ਨਾਲ ਜਿਹੜਾ ਹੈ ਇੱਕ ਤਰ੍ਹਾਂ ਦੀ ਵਿਸ਼ਨ ਦੀ ਸਮੱਸਿਆ, ਜਿਹੜੀ ਲੋਜਿੰਗ ਦੀ ਸਮੱਸਿਆ, ਉਹ ਨਹੀਂ ਆਉਂਦੀ, ਠੀਕ ਹੈ। ਤਾਂ ਇਹ ਸਿਸਟਮ ਅਡੋਪਟ ਕੀਤਾ, ਦੈਟ ਇਜ਼ ਟਰੰਚ ਸਿਸਟਮ। 20 ਤੋਂ 25 ਸੈਂਟੀਮੀਟਰ ਜਿਹੜਾ ਡੂੰਘਾ ਕਰੋਪ ਨੂੰ ਬੀਜਿਆ ਜਾਂਦਾ, ਠੀਕ ਹੈ, ਟਰੰਚਿਸ ਬਣਾ ਕੇ। ਓਕੇ, ਸੋ ਨਾਓ ਨੈਕਸਟ ਕੁਐਸਚਨ, ਇਨਫਲੋਰੈਸੈਂਸ ਆਫ ਸ਼ੂਗਰ ਕੇਨ। ਸ਼ੂਗਰ ਕੇਨ ਦੀ ਇਨਫਲੋਰੈਸੈਂਸ ਨੂੰ ਕੀ ਕਿਹਾ ਜਾਂਦਾ, ਦੈਟ ਇਜ਼ ਐਰੋ। ਜਿਵੇਂ ਇਨਫਲੋਰੈਸੈਂਸ ਹੈ ਲਾਈਕ ਰਾਈਸ ਦੀ ਇਨਫਲੋਰੈਸੈਂਸ ਹੈ, ਉਹਨੂੰ ਪੈਨਿਕਲ। ਐਂਡ ਜਿਹੜਾ ਹੈ ਵੀਟ ਦੀ ਇਨਫਲੋਰੈਸੈਂਸ, ਉਹਨੂੰ ਈਅਰ ਕਿਹਾ ਜਾਂਦਾ। ਐਵੇਂ ਜਿਹੜਾ ਆਪਣਾ ਸ਼ੂਗਰ ਕੇਨ ਆ, ਉਹਦੀ ਇਨਫਲੋਰੈਸੈਂਸ ਨੂੰ ਕੀ ਕਿਹਾ ਜਾਂਦਾ, ਐਰੋ, ਠੀਕ ਹੈ। ਸ਼ੂਗਰ ਕੇਨ ਦੀ ਇਨਫਲੋਰੈਸੈਂਸ ਨੂੰ ਕੀ ਕਿਹਾ ਜਾਂਦਾ, ਐਰੋ। ਨੈਕਸਟ, ਸ਼ੈਡਿੰਗ ਆਫ ਪਲਾਂਟ ਪਾਰਟ ਇਜ਼ ਡਿਊ ਟੂ। ਜਿਹੜੇ ਆਪਣੇ ਪਲਾਂਟ ਆ ਉਹਦੇ ਪਾਰਟਸ, ਕੋਈ ਵੀ ਪਾਰਟ ਹੈ, ਚਾਹੇ ਫਰੂਟ ਹੈ, ਚਾਹੇ ਫਲਾਰ ਹੈ, ਚਾਹੇ ਬਰਡ ਹੈ, ਉਹਨਾਂ ਸ਼ੈਡਿੰਗ ਹੋਈ ਜਾਂਦੀ, ਡਿੱਗੀ ਜਾਂਦੇ ਆ, ਠੀਕ ਹੈ, ਡਿੱਗਣੇ ਸ਼ੁਰੂ ਹੋਏ ਆ। ਉਹ ਕਾਹਦੇ ਕਰਕੇ ਹੁੰਦਾ, ਐਬਸਿਸਿਕ ਐਸਿਡ ਹਾਰਮੋਨ ਕਰਕੇ ਹੁੰਦਾ, ਠੀਕ ਹੈ। ABA ਇੱਦਾਂ ਦਾ ਐਬਸਿਸਿਕ ਐਸਿਡ ਹਾਰਮੋਨ ਹੈ, ਇਹਦੇ ਕਰਕੇ ਹੋ ਜਾਂਦਾ ਸ਼ੈਡਿੰਗ ਆਫ ਪਲਾਂਟ ਪਾਰਟਸ ਹੋਣੇ ਸ਼ੁਰੂ ਹੋ ਜਾਂਦੇ ਆ। ਪਲਾਂਟ ਦਾ ਕੋਈ ਵੀ ਪਾਰਟ ਆ ਉਹ ਡਿੱਗਣਾ ਸ਼ੁਰੂ ਹੋ ਗਿਆ, ਦੈਟ ਇਜ਼ ਡਿਊ ਟੂ ਐਬਸਿਸਿਕ ਐਸਿਡ ਹਾਰਮੋਨ। ਸੋ ਨੈਕਸਟ, ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਊਗਾ। ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਸੈਸ਼ਨ ਕਿੱਦਾਂ ਦਾ ਲੱਗ ਰਿਹਾ। ਓਕੇ, ਸੋ ਆਪਣਾ ਟੈਲੀਗ੍ਰਾਮ ਚੈਨਲ 'ਤੇ ਗਾਇਸ ਤੁਹਾਨੂੰ PDFs ਪ੍ਰੋਵਾਈਡ ਹੋ ਜਾਣਗੀਆਂ, ਡੋਂਟ ਵਰੀ ਅਬਾਊਟ ਦੈਟ, ਠੀਕ ਹੈ। ਤੁਸੀਂ ਉਹਨੂੰ ਜੁਆਇਨ ਕਰ ਲੈਣਾ, ਜਿਹੜਾ ਲਿੰਕ ਹੈ ਉਹਦਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਵੇਲੇਬਲ ਹੈ ਟੈਲੀਗ੍ਰਾਮ ਚੈਨਲ ਦਾ। ਨੈਕਸਟ ਜਿਹੜਾ ਹੈ ਕੁਐਸਚਨ, ਵਿਚ ਸੋਇਲ ਇਜ਼ ਮੋਸਟ ਸੂਟੇਬਲ ਫॉर ਡਰਾਈ ਲੈਂਡ ਐਗਰੀਕਲਚਰ। ਡਰਾਈ ਲੈਂਡ ਐਗਰੀਕਲਚਰ ਉਹ ਵਾਲੀ ਹੁੰਦੀ ਹੈ ਕਿ ਜਿਹੜਾ ਹੈ ਉਹਨੂੰ ਬਹੁਤ ਘੱਟ ਪਾਣੀ ਜਿਹੜਾ ਅਵੇਲੇਬਲ ਹੁੰਦਾ ਆਪਣੀ ਕਲਟੀਵੇਸ਼ਨ ਕਰਨ ਲਈ, ਠੀਕ ਹੈ। ਪਾਣੀ ਬਹੁਤ ਘੱਟ ਅਵੇਲੇਬਲ ਹੁੰਦਾ, ਕਾਫੀ ਘੱਟ ਕੁਆਂਟਿਟੀ ਦੇ ਵਿੱਚ ਪਾਣੀ ਜਿਹੜਾ ਹੈ ਦਿੱਤਾ ਜਾਂਦਾ ਕਰੋਪਸ ਨੂੰ। ਤਾਂ ਉੱਥੇ ਕਹਿੰਦੇ ਵੀ ਕਿੱਦਾਂ ਦੀ ਸੋਇਲ ਵਧੀਆ ਰਹੂਗੀ, ਠੀਕ ਹੈ। ਉੱਥੇ ਕਿੱਦਾਂ ਦੀ ਸੋਇਲ ਵਧੀਆ ਰਹੂਗੀ, ਬਲੈਕ ਸੋਇਲ ਜਿਹੜੀ ਹੈ ਸੂਟੇਬਲ ਹੁੰਦੀ ਹੈ ਇੱਦਾਂ ਦੀਆਂ ਸੋਇਲਸ ਦੇ ਵਿੱਚ, ਦੈਟ ਇਜ਼ ਡਰਾਈ ਲੈਂਡ ਐਗਰੀਕਲਚਰ ਦੇ ਵਿੱਚ, ਠੀਕ ਹੈ। ਜਿਹੜੀ ਡਰਾਈ ਲੈਂਡ ਐਗਰੀਕਲਚਰ ਜਿੱਥੇ ਅਡੋਪਟ ਕੀਤੀ ਗਈ ਹੈ, ਪਾਣੀ ਬਹੁਤ ਘੱਟ ਕੁਆਂਟਿਟੀ ਦਾ ਕਰੋਪਸ ਨੂੰ ਦਿੱਤਾ ਜਾਂਦਾ, ਤਾਂ ਉੱਥੇ ਜਿਹੜਾ ਹੈ ਆਪਾਂ ਬਲੈਕ ਸੋਇਲ ਜਿਹੜੀ ਹੈ ਕਾਫੀ ਸੂਟੇਬਲ ਰਹੂਗੀ ਉੱਥੇ, ਠੀਕ ਹੈ। ਬਲੈਕ ਸੋਇਲ, ਕਾਲੀ ਮਿੱਟੀ। ਹੋਰ ਕਾਲੀ ਮਿੱਟੀ ਦੇ ਵਿੱਚ ਇੱਕ ਆਪਾਂ ਕਰੋਪ ਹੁੰਦੀ ਹੈ, ਆਪਾਂ ਕਹਿੰਦੇ ਹਾਂ ਉਹਦੇ ਵਿੱਚ ਹੀ ਬੀਜਣੀ ਹੈ, ਦੈਟ ਇਜ਼ ਕੋਟਨ। ਕੋਟਨ ਵਾਸਤੇ ਕਿਹੜੀ ਸਭ ਤੋਂ ਜ਼ਿਆਦਾ ਸੂਟੇਬਲ ਸੋਇਲ ਹੈ, ਦੈਟ ਇਜ਼ ਬਲੈਕ ਸੋਇਲ, ਦੈਟ ਇਜ਼ ਕਾਲੀ ਮਿੱਟੀ। ਤਾਂ ਨੈਕਸਟ ਕੁਐਸਚਨ ਜਿਹੜਾ ਆਪਾਂ ਗੱਲ ਕਰ ਰਹੇ ਹਾਂ, ਫਸਟ ਮੈਨ ਮੇਡ ਸੀਰੀਅਲ। ਆਪਣਾ ਇੱਕ ਪਹਿਲਾ ਮੈਨ ਮੇਡ ਸੀਰੀਅਲ ਬਣਿਆ ਹੋਇਆ, ਸਭ ਤੋਂ ਪਹਿਲਾ ਨੰਬਰ 'ਤੇ ਜਿਹੜਾ ਆਪਾਂ ਸੀਰੀਅਲ ਤਿਆਰ ਕੀਤਾ ਸੀ ਔਰ ਉਹ ਮੈਨ ਮੇਡ ਤਿਆਰ ਕੀਤਾ ਸੀ, ਮਤਲਬ ਲੈਬੋਰਟਰੀਜ਼ ਦੇ ਵਿੱਚ ਕੋਈ ਕ੍ਰੋਸ ਵਗੈਰਾ ਕਰਾ ਕੇ, ਹਾਈਬ੍ਰਿਡ ਵਗੈਰਾ ਕਰਾ ਕੇ ਆਪਾਂ ਇੱਕ ਸੀਰੀਅਲ ਤਿਆਰ ਕਰ ਲਿਆ ਸੀ। ਇਹ ਕ੍ਰੋਸ ਹੋਇਆ ਸੀ ਵੀਟ ਦੇ ਵਿੱਚ ਤੇ ਰਾਈ ਦੇ ਵਿੱਚ। ਵੀਟ ਤੇ ਰਾਈ ਦੇ ਵਿੱਚ ਜਦੋਂ ਆਪਾਂ ਕ੍ਰੋਸ ਕਰਾਇਆ ਤਾਂ ਪ੍ਰੋਡਿਊਸ ਹੋਇਆ ਕ੍ਰਿਟੀਕੇਲ। ਕ੍ਰਿਟੀਕੇਲ ਜਿਹੜਾ ਪ੍ਰੋਡਿਊਸ ਹੋਇਆ ਸੀ ਜਦੋਂ ਵੀਟ ਦੇ ਵਿੱਚ ਤੇ ਰਾਈਸ ਦੇ ਵਿੱਚ ਕ੍ਰੋਸ ਕਰਾਇਆ, ਤਾਂ ਕ੍ਰਿਟੀਕੇਲ ਇੱਦਾਂ ਦਾ ਮੈਨ ਮੇਡ ਸੀਰੀਅਲ ਜਿਹੜਾ ਤਿਆਰ ਹੋਇਆ ਸੀ। ਇਹ ਫਸਟ ਸਭ ਤੋਂ ਪਹਿਲਾਂ ਮੈਨ ਮੇਡ ਸੀਰੀਅਲ ਤਿਆਰ ਹੋਇਆ ਸੀ, ਦੈਟ ਇਜ਼ ਵੀਟ ਤੇ ਰਾਈ ਦੇ ਵਿੱਚ ਸੀ। ਕਿਹੜਾ ਸੀਰੀਅਲ ਸੀ, ਦੈਟ ਇਜ਼ ਕ੍ਰਿਟੀਕੇਲ। ਓਕੇ,
ਡੈਡ ਹਰਟ ਐਂਡ ਵਾਈਟ ਈਅਰ ਡਿਸੀਜ਼ ਇਜ਼ ਰਿਲੇਟਡ ਟੂ। ਡੈਡ ਹਰਟ ਹੈ ਤੇ ਵਾਈਟ ਈਅਰ ਜਿਹੜੀ ਡਿਸੀਜ਼ ਹੈ ਕਾਹਦੇ ਰਿਲੇਟਡ ਹੈ? ਦੇਖੋ ਇੱਕ ਇੱਦਾਂ ਦਾ ਵਾਈਟ ਈਅਰ ਡਿਸੀਜ਼ ਹੁੰਦਾ, ਰਾਈਸ ਦੇ ਵਿੱਚ ਹੁੰਦਾ। ਇਹ ਕੀ ਹੁੰਦਾ ਹੈ? ਇਹ ਇੱਕ ਤਰ੍ਹਾਂ ਦੇ ਸਟੈਮ ਬੋਰਰ ਹੈ, ਉਹਦੇ ਕਰਕੇ ਡਿਸੀਜ਼ ਜਿਹੜੀ ਹੈ ਝੋਨੇ ਨੂੰ ਪੈਂਦੀ ਹੈ। ਆਪਾਂ ਕਹਿ ਸਕਦੇ ਹਾਂ ਵਾਈਟ ਈਅਰ ਡਿਸੀਜ਼। ਇਹ ਪੱਤੇ ਜਿਹੜੇ ਹੈ ਚਿੱਟੇ ਕਰ ਦਿੰਦੀ ਹੈ, ਠੀਕ ਹੈ, ਇਸ ਕਰਕੇ ਇਹਨੂੰ ਵਾਈਟ ਈਅਰ ਡਿਸੀਜ਼ ਕਿਹਾ ਜਾਂਦਾ। ਇਹ ਜਿਹੜਾ ਆਪਣਾ ਸਟੈਮ ਬੋਰਰ ਹੁੰਦਾ ਕੀ ਕਰਦਾ, ਉਹਦਾ ਜਿਹੜਾ ਸਟੈਮ ਹੈ ਉਹਦੇ ਅੰਦਰ ਜਿਹੜੀ ਸੈਂਟਰਲ ਸ਼ੂਟ ਹੈ ਉਹਦੇ ਅੰਦਰ ਵੜ ਜਾਂਦਾ, ਉਹਦੇ ਅੰਦਰ ਬੋਰ ਕਰ ਦਿੰਦਾ। ਉਹ ਸਾਰਾ ਅੰਦਰੋਂ ਜਿਹੜਾ ਪੱਤਾ ਖਾਣਾ ਸ਼ੁਰੂ ਕਰ ਦਿੰਦਾ, ਆਪਣੀ ਸਟੈਮ ਜਿਹੜੀ ਹੈ ਖਾਲੀ ਕਰਨੀ ਸ਼ੁਰੂ ਕਰ ਦਿੰਦਾ, ਅੰਦਰ ਸਾਰਾ ਪਲਪ ਖਾ ਜਾਂਦਾ। ਐਂਡ ਉਹਦੇ ਨਾਲ ਜਿਹੜਾ ਹੈ ਅੰਦਰਲਾ ਸਾਰਾ ਬਿਲਕੁਲ ਕਰੋਪ ਆਪਣੀ ਸਟੈਮ ਡਰਾਈ ਹੋ ਜਾਂਦੀ ਹੈ, ਡਰਾਈ ਹੋ ਕੇ ਉਹ ਵਿਲਟ ਹੋ ਜਾਂਦੀ ਹੈ, ਮੁਰਝਾ ਜਾਂਦੀ ਹੈ। ਉਸ ਤੋਂ ਬਾਅਦ ਜਿਹੜਾ ਅੰਦਰਾਂ ਆਪਾਂ ਕਹਿ ਸਕਦੇ ਹਾਂ ਡੈਡ ਹਰਟ ਪ੍ਰੋਡਿਊਸ ਹੋ ਜਾਂਦਾ, ਕਿ ਅੰਦਰੋਂ ਸਾਰੀ ਖਾਧੀ ਜਾਂਦੀ ਹੈ। ਤਾਂ ਆਪਾਂ ਉਹਨੂੰ ਕਹਾਂਗੇ ਕਿ ਡੈਡ ਹਰਟ ਹੋ ਗਿਆ, ਅੰਦਰਲਾ ਸੈਂਟਰਲ ਜਿਹੜਾ ਪੋਰਸ਼ਨ ਹੈ ਸਾਰਾ ਖਾਧਾ ਜਾਂਦਾ। ਤਾਂ ਇੱਦਾਂ ਦਾ ਜਿਹੜਾ ਸਿੰਪਟਮ ਹੁੰਦਾ ਇੱਕ ਸਟੈਮ ਬੋਰਰ ਹੈ ਇਹ ਕਰਦਾ, ਠੀਕ ਹੈ, ਡੈਡ ਹਰਟਸ ਪ੍ਰੋਡਿਊਸ ਕਰ ਦਿੰਦਾ। ਤਾਂ ਇਹ ਕਾਹਦੇ ਰਿਲੇਟਡ ਹੈ ਡਿਸੀਜ਼? ਤੁਸੀਂ ਯਾਦ ਰੱਖਣਾ ਹੈ ਵਾਈਟ ਈਅਰ ਡਿਸੀਜ਼। ਵਾਈਟ ਈਅਰ ਡਿਸੀਜ਼ ਕਾਹਦੀ ਡਿਸੀਜ਼ ਹੈ? ਦਿਸ ਇਜ਼ ਦ ਡਿਸੀਜ਼ ਆਫ ਰਾਈਸ। ਓਕੇ, ਵਾਈਟ ਈਅਰ ਡਿਸੀਜ਼ ਕਾਹਦੀ ਡਿਸੀਜ਼ ਹੈ? ਦਿਸ ਇਜ਼ ਦ ਡਿਸੀਜ਼ ਆਫ ਰਾਈਸ। ਜਿਹੜਾ ਹੈ ਝੋਨੇ ਦੀ ਇਹ ਬਿਮਾਰੀ ਹੈ, ਦੈਟ ਇਜ਼ ਵਾਈਟ ਈਅਰ ਡਿਸੀਜ਼। ਓਕੇ, नेक्स्ट जो है, नेक्स्ट है गाइज 20th क्वेश्चन। IPPGR। IPPGR दी फुल फॉर्म इंटरनेशनल बोर्ड ऑफ प्लांट जेनेटिक रिसोर्सेज, ठीक है। इंटरनेशनल बोर्ड ऑफ प्लांट जेनेटिक रिसोर्सेज कित्थे सिचुएटेड है? दिस इज सिचुएटेड एट इटली, रोम। इटली रोम ਦੇ ਵਿੱਚ ਜਿਹੜਾ ਹੈ ਇਹ ਸਿਚੁਏਟਡ ਹੈ। ਇੰਟਰਨੈਸ਼ਨਲ ਬੋਰਡ ਆਫ ਪਲਾਂਟ ਜੈਨੇਟਿਕ ਰਿਸੋਰਸਿਸ ਇਜ਼ ਸਿਚੁਏਟਡ ਐਟ ਇਟਲੀ, ਰੋਮ। ਇਟਲੀ ਰੋਮ ਦੇ ਵਿੱਚ ਸਿਚੁਏਟਡ ਹੈ। ਨੈਕਸਟ ਜੋ ਹੈ ਇੰਡੀਆਜ਼ ਸ਼ੇਅਰ ਇਨ ਦਾ ਫਰੂਟ ਪ੍ਰੋਡਕਸ਼ਨ ਇਨ ਦਾ ਵਰਲਡ ਇਜ਼। ਇੰਡੀਆ ਦਾ ਕਿੰਨਾ ਸ਼ੇਅਰ ਹੈ ਫਰੂਟ ਦੀ ਪ੍ਰੋਡਕਸ਼ਨ ਦੇ ਵਿੱਚ ਪੂਰੇ ਵਰਲਡ ਦੇ ਵਿੱਚ? ਦੈਟ ਇਜ਼ 10%। ਇੰਡੀਆ ਦਾ 10% ਸ਼ੇਅਰ ਹੈ ਫੂਡ ਪ੍ਰੋਡਕਸ਼ਨ ਦੇ ਵਿੱਚ ਆਪਣੇ ਵਰਲਡ 'ਚ, ਠੀਕ ਹੈ। ਪੂਰੇ ਵਰਲਡ ਦੇ ਵਿੱਚ ਕਹਿ ਸਕਦੇ ਹਾਂ ਵੀ ਜਿਹੜਾ ਆਪਣਾ ਇੰਡੀਆ ਦਾ ਕਿੰਨਾ ਸ਼ੇਅਰ ਹੈ ਫੂਡ ਪ੍ਰੋਡਕਟ, ਜਿੰਨਾ ਪੂਰੇ ਸੰਸਾਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਫਰੂਟਸ ਪ੍ਰੋਡਿਊਸ ਹੁੰਦੇ ਆ, ਉਹਦੇ 'ਚੋਂ ਜਿਹੜਾ ਆਪਣਾ ਇੰਡੀਆ ਕੰਟਰੀ ਹੈ ਉਹ ਸਿਰਫ 10% ਹਿੱਸਾ ਪਾਉਂਦਾ ਫਰੂਟ ਪ੍ਰੋਡਕਸ਼ਨ ਦੇ ਵਿੱਚ, ਠੀਕ ਹੈ। ਯਾਦ ਰੱਖਣਾ 10% ਜਿਹੜੇ ਫਰੂਟਸ ਆ ਉਹ ਇੰਡੀਆ 'ਚ ਪ੍ਰੋਡਿਊਸ ਹੁੰਦੇ ਆ, ਜਿੰਨੇ ਪੂਰੇ ਜਿਹੜੇ ਆ ਵਰਲਡ 'ਚ ਫਰੂਟ ਪ੍ਰੋਡਿਊਸ ਹੁੰਦੇ ਆ। ਓਕੇ, ਨੈਕਸਟ ਵਟ ਇਜ਼ ਰਿਲੇ ਕ੍ਰੋਪਿੰਗ? ਰਿਲੇ ਕ੍ਰੋਪਿੰਗ ਕੀ ਹੈ? ਦ ਸੈਕਿੰਡ ਕ੍ਰੋਪ ਸੋਨ ਬਿਫੋਰ ਹਾਰਵੈਸਟਿੰਗ ਆਫ ਦਾ ਫਸਟ ਕ੍ਰੋਪ। ਇਹਦੇ ਵਿੱਚ ਕਿ ਆਪਾਂ ਜਿਹੜੀ ਸੈਕਿੰਡ ਕ੍ਰੋਪ ਹੈ ਉਹ ਆਪਾਂ ਸੋ ਕਰ ਦਿੰਦੇ ਹਾਂ ਬਿਫੋਰ ਹਾਰਵੈਸਟਿੰਗ ਆਫ ਦਾ ਫਸਟ ਕ੍ਰੋਪ। ਪਹਿਲੀ ਕ੍ਰੋਪ ਆਪਾਂ ਲਾਈ, ਠੀਕ ਹੈ, ਮੰਨ ਲਓ ਕੋਈ ਤੁਸੀਂ ਇੱਕ ਕ੍ਰੋਪ ਲਾਈ, ਉਹ ਆਪਣੀ ਮੈਚੋਰਿਟੀ ਸਟੇਜ 'ਤੇ ਆ ਗਈ, ਪਰ ਆਪਾਂ ਹਲੇ ਉਹਨੂੰ ਪੱਟਿਆ ਨਹੀਂ, ਉਹਨੂੰ 10 ਕੁ ਦਿਨ ਰਹਿੰਦੇ ਆ ਉਹਦੇ ਪੱਟਣੇ, ਪ੍ਰੋਪਰ ਪੂਰੀ ਤਰ੍ਹਾਂ ਮੈਚੋਰ ਨਹੀਂ ਹੋਈ। ਤਾਂ ਉਹਨੂੰ ਪੱਟਣ ਤੋਂ ਪਹਿਲਾਂ ਖੜੀ ਫਸਲ ਦੇ ਵਿੱਚ ਆਪਾਂ ਇੱਕ ਹੋਰ ਕ੍ਰੋਪ ਉਹਦੇ ਅੰਦਰ ਬੀਜਤੀ। ਦਿਸ ਇਜ਼ ਨੋਨ ਐਜ਼ ਰਿਲੇ ਕ੍ਰੋਪਿੰਗ, ਠੀਕ ਹੈ। ਇਹਨੂੰ ਰਿਲੇ ਕ੍ਰੋਪਿੰਗ ਕਿਹਾ ਜਾਂਦਾ ਕਿ ਖੜੀ ਫਸਲ ਦੇ ਅੰਦਰ ਹਲੇ ਉਹਨੂੰ ਪੱਟਿਆ ਨਹੀਂ, ਉਹ ਫਸਲ ਹਲੇ ਖੜੀ ਹੈ, ਪੱਟਣ ਵਾਲੀ ਆ, ਪਰ ਹਲੇ ਆਪਾਂ ਉਹਨੂੰ ਜਿਹੜਾ ਪੱਟਿਆ ਨਹੀਂ, ਉਹਦੀ ਉਸੇ ਫਸਲ ਦੇ ਵਿੱਚ ਆਪਾਂ ਇੱਕ ਨਵੀਂ ਜਿਹੜੀ ਹੈ ਫਸਲ ਜਿਹੜੇ ਉਹਦੇ ਬੀ ਲਾਤੇ। ਦਿਸ ਇਜ਼ ਨੋਨ ਐਜ਼ ਰਿਲੇ ਕ੍ਰੋਪਿੰਗ। ਦ ਸੈਕਿੰਡ crop sown before harvesting of the first crop, this is known as relay cropping. So next ਜਿਹੜਾ question ਹੈ measurement of sunlight ਇੰਟੈਂਸਿਟੀ। ਆਪਾਂ ਮੇਜਰਮੈਂਟ ਕਰਨੀ ਹੈ ਕਿ ਜਿਹੜੀ ਆਪਣੀ ਸੂਰਜ ਦੀ ਰੋਸ਼ਨੀ ਹੈ ਉਹਦੀ ਕਿੰਨੀ ਇੰਟੈਂਸਿਟੀ ਹੈ, ਕਿੰਨੀ ਆਪਾਂ ਕਹਿ ਸਕਦੇ ਕਿੰਨਾ ਤੇਜ਼ ਹੈ, ਕਿੰਨੀ ਘੱਟ ਹੈ, ਉਹਦੀ ਇੰਟੈਂਸਿਟੀ ਕਿੰਨੀ ਹੈ, ਠੀਕ ਹੈ। ਉਹਦੀ ਜਿਹੜਾ ਹੈ ਕਿੰਨੀ ਮਾਤਰਾ ਤੇਜ਼ ਘੱਟ ਵੱਧ ਆਪਾਂ ਕਹਿ ਸਕਦੇ ਹਾਂ। ਤਾਂ ਉਹਦੀ ਸਨਲਾਈਟ ਦੀ ਇੰਟੈਂਸਿਟੀ ਨੂੰ ਮੇਜਰ ਕਰਨ ਵਾਸਤੇ ਆਪਾਂ ਕਿੱਦਾਂ ਮੇਜਰ ਕਰਦੇ ਹਾਂ, ਕਿਸ ਯੂਨਿਟ ਦੇ ਵਿੱਚ ਮੇਜਰ ਕਰਦੇ ਹਾਂ? ਤਾਂ ਇਹਦੀ ਮੇਜਰਮੈਂਟ ਹੁੰਦੀ ਸੀ ਲਕਸ। ਪਹਿਲਾਂ ਲਕਸ ਦੇ ਯੂਨਿਟ ਨਾਲ ਹੁੰਦੀ ਸੀ, ਹੁਣ ਜਿਹੜਾ ਹੈ ਆਇਨਸਟਾਈਨ ਯੂਨਿਟ ਨਾਲ ਹੋਣ ਲੱਗ ਗਈ। ਪਹਿਲਾਂ ਲਕਸ ਯੂਨਿਟ ਨਾਲ ਹੁੰਦੀ ਸੀ। ਯਾਦ ਰੱਖਣਾ ਮੇਜਰਮੈਂਟ ਕਰਦੀ ਸਨਲਾਈਟ ਦੀ ਇੰਟੈਂਸਿਟੀ ਦੀ, ਵੀ ਕਿੰਨੀ ਜਿਹੜੀ ਹੈ ਸੂਰਜ ਦੀ ਰੋਸ਼ਨੀ ਦੀ ਜਿਹੜੀ ਕਿਰਨਾਂ ਹੈ ਕਿੰਨੀ ਇੰਟੈਂਸਿਟੀ ਦੀਆਂ ਪਹਿਲਾਂ ਲਕਸ ਨਾਲ ਮੇਜਰ ਹੁੰਦੀਆਂ ਸੀ, ਹੁਣ ਆਇਨਸਟਾਈਨ ਦੇ ਨਾਲ ਮੇਜਰ ਹੋਣ ਲੱਗ ਗਈਆਂ। ਓਕੇ, ਦੈਟ ਇਜ਼ ਆਇਨਸਟਾਈਨ।
ਨੈਕਸਟ ਕੁਐਸਚਨ ਪਲੀਜ਼। ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਊਗਾ ਔਰ ਬਿਹਤਰ ਤਰੀਕੇ ਨਾਲ ਸਾਰੇ ਕੁਐਸਚਨਸ ਜਿਹੜੇ ਸਮਝ ਆ ਰਹੇ ਹੋਣਗੇ। ਓਕੇ, ਅਗਰ ਤੁਸੀਂ ਹੋਰ ਜਿਹੜੀਆਂ ਸੀਰੀਜ਼ ਇੱਦਾਂ ਹੀ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ। ਓਕੇ, ਸੋ ਨਾਓ ਮੂਵ ਟੂ ਨੈਕਸਟ ਕੁਐਸਚਨ। ਇਨ ਵਾਟਰ ਲੌਗਡ ਐਰਿਡ ਗੈਸ ਫਾਊਂਡ ਇਨ ਅਬੰਡੈਂਟ। ਵਾਟਰ ਲੌਗਡ ਕੰਡੀਸ਼ਨਸ ਦੇ ਵਿੱਚ ਜਿਵੇਂ ਝੋਨਾ, ਠੀਕ ਹੈ, ਝੋਨੇ ਨੂੰ ਆਪਾਂ, ਤੁਹਾਨੂੰ ਪਤਾ, ਤੁਸੀਂ ਖੜਾ ਪਾਣੀ ਰੱਖਣਾ ਹੁੰਦਾ 20-25 ਦਿਨ। ਆਪਾਂ ਕਹਿੰਦੇ ਹਾਂ ਕਿ ਰਿਕਮੈਂਡ ਹੁੰਦਾ ਕਿ ਝੋਨੇ ਦੇ ਵਿੱਚ ਖੜਾ ਪਾਣੀ ਰੱਖਣਾ, ਉਹਦੇ ਅੰਦਰ ਮਤਲਬ ਆਪਾਂ ਵਾਟਰ ਲੌਗਡ ਕੰਡੀਸ਼ਨਸ ਕ੍ਰੀਏਟ ਕਰਨੀਆਂ, ਸਬਮਰਜਡ ਕੰਡੀਸ਼ਨਸ ਆਪਣੀਆਂ ਵਾਟਰ ਲੌਗਡ ਖੜਾ ਪਾਣੀ ਦੀ ਆਪਾਂ ਕ੍ਰੀਏਟ ਕਰਨਾ ਉਹਦੇ ਵਿੱਚ ਕੰਡੀਸ਼ਨਸ, ਠੀਕ ਹੈ। ਤਾਂ ਉਹ ਜਿਹੜਾ ਹੈ ਇਹਦੇ ਅੰਦਰ ਕੀ ਹੁੰਦਾ, ਫਿਰ ਖੜੇ ਪਾਣੀ ਕਰਕੇ ਇਹਦੇ ਅੰਦਰ ਇੱਕ ਗੈਸ ਪ੍ਰੋਡਿਊਸ ਹੁੰਦੀ ਹੈ, ਠੀਕ ਹੈ, ਝੋਨੇ ਦੇ ਵਿੱਚ, ਦੈਟ ਇਜ਼ ਮਿਥੇਨ ਗੈਸ। ਮਿਥੇਨ ਗੈਸ ਜਿਹੜੀ ਹੈ CH4 ਕਹਿ ਦਿੰਦੇ ਆਪਾਂ ਉਹਨੂੰ, ਇਹ ਪ੍ਰੋਡਿਊਸ ਹੁੰਦੀ ਹੈ ਝੋਨੇ ਦੇ ਵਿੱਚ, ਦੈਟ ਇਜ਼ ਮਿਥੇਨ ਗੈਸ ਜਿਹੜੀ ਹੈ ਪ੍ਰੋਡਿਊਸ ਹੁੰਦੀ ਹੈ। ਇਹ ਕਦੇ ਹੁੰਦੀ ਆ, ਮਤਲਬ ਵਾਟਰ ਲੌਗਡ ਕੰਡੀਸ਼ਨਸ ਦੇ ਵਿੱਚ ਕਿਹੜੀ ਗੈਸ ਪ੍ਰੋਡਿਊਸ ਹੁੰਦੀ ਹੈ, ਦੈਟ ਇਜ਼ ਮਿਥੇਨ। ਇਹ ਯਾਦ ਰੱਖਣਾ ਕਿ ਮਿਥੇਨ ਗੈਸ ਪ੍ਰੋਡਿਊਸ ਹੁੰਦੀ ਹੈ ਵਾਟਰ ਲੌਗਡ ਕੰਡੀਸ਼ਨਸ 'ਚ। ਕਿਉਰਿੰਗ ਪ੍ਰੋਸੈਸ ਇਜ਼ ਰਿਲੇਟਿਡ ਟੂ ਵਿਚ ਕ੍ਰੌਪ। ਤੰਬਾਕੂ, ਤੰਬਾਕੂ ਜਿਹੜੀ ਆਪਣੀ ਕ੍ਰੌਪ ਹੁੰਦੀ ਆ, ਠੀਕ ਹੈ, ਉਹਦੇ ਵਿੱਚ ਇੱਕ ਕਿਉਰਿੰਗ ਪ੍ਰੋਸੈਸ ਕੀਤਾ ਜਾਂਦਾ। ਕਿਉਰਿੰਗ ਪ੍ਰੋਸੈਸ ਕੀ ਹੁੰਦਾ ਕਿ ਮੰਨ ਲਓ ਤੰਬਾਕੂ ਆ, ਉਹਦੀ ਫਸਲ ਤੁਸੀਂ ਪੱਟ ਲਈ, ਠੀਕ ਹੈ, ਉਦੋਂ ਬਾਅਦ ਜਿਹੜੇ ਆ ਆਪਣੇ ਲੀਵਸ ਹੀ ਚਾਹੀਦੇ ਹੁੰਦੇ ਆ। ਇਕਨੋਮਿਕ ਪ੍ਰੋਡਕਟ ਤੰਬਾਕੂ ਦਾ ਪੱਤੇ ਹੀ ਹੁੰਦੇ ਆ, ਲੀਵਸ ਹੀ ਹੁੰਦੇ ਆ। ਫਿਰ ਲੀਵਸ ਨੂੰ ਚੰਗੀ ਤਰ੍ਹਾਂ ਸੁਕਾਇਆ ਜਾਂਦਾ। ਕਿਉਰਿੰਗ ਦਾ ਮਤਲਬ ਹੁੰਦਾ ਕਿ ਉਹਨੂੰ ਆਪਾਂ ਰਿਮੂਵਲ ਆਫ ਵਾਟਰ ਕਰਨਾ ਉਹਦੇ 'ਚੋਂ, ਐਂਡ ਅੱਛੀ ਤਰੀਕੇ ਨਾਲ ਸੁਕਾਉਣ ਦੇ ਪ੍ਰੋਸੈਸ ਨੂੰ ਕਿਉਰਿੰਗ ਕੀਤੀ ਜਾਂਦੀ ਹੈ। ਇਸ ਤਰੀਕੇ ਨਾਲ ਉਹਨੂੰ ਵਧੀਆ ਤਰੀਕੇ ਨਾਲ ਉਹਨੂੰ ਸੁਕਾਇਆ ਜਾਂਦਾ, ਠੀਕ ਹੈ, ਉਹਦੇ ਲੀਵਸ ਨੂੰ, ਤਾਂ ਕਿ ਉਹ ਆਪਣੀ ਪ੍ਰੋਪਰ ਅਰੋਮਾ ਗੇਨ ਕਰ ਲਏ, ਆਪਦੀ ਪ੍ਰੋਪਰ ਔਡਰ ਗੇਨ ਕਰ ਲਏ, ਆਪਦਾ ਪ੍ਰੋਪਰ ਜਿਹੜੀ ਕੁਆਲਿਟੀ ਜਿਹੜਾ ਹੈ ਨਿਊਟ੍ਰੀਐਂਟ ਕੰਟੈਂਟ ਆਪਣਾ ਪ੍ਰੋਪਰ ਗੇਨ ਕਰ ਲਏ। ਇਸ ਕਰਕੇ ਜਿਹੜੀ ਕਿਉਰਿੰਗ ਪ੍ਰੋਸੈਸ ਕੀਤਾ ਜਾਂਦਾ ਉਹਨੂੰ ਪ੍ਰੋਪਰ ਉਹਨਾਂ ਨੂੰ ਲੀਵਸ ਨੂੰ ਸੁਕਾਇਆ ਜਾਂਦਾ, ਤਾਂ ਠੀਕ ਹੈ, ਸੁਕਾਉਣ ਦੇ ਪ੍ਰੋਸੈਸ ਨੂੰ ਕਿਉਰਿੰਗ ਪ੍ਰੋਸੈਸ ਕਹਿੰਦਾ ਤੰਬਾਕੂ ਦੇ ਵਿੱਚ, ਤਾਂ ਕਿ ਪ੍ਰੋਪਰ ਆਪਦੀ ਕੁਆਲਿਟੀ ਅਰੋਮਾ ਆਪਦਾ ਜਿਹੜਾ ਹੈ ਗੇਨ ਕਰ ਲਵੇ। ਨੈਕਸਟ, ਆਈ ਹੋਪ ਸਭ ਨੂੰ ਸੈਸ਼ਨ ਅੱਛਾ ਲੱਗ ਰਿਹਾ ਹੋਏਗਾ। ਤੁਸੀਂ ऑफिशियल ਵੈਬਸਾਈਟ 'ਤੇ ਵਿਜ਼ਿਟ ਕਰਨਾ, ਦੈਟ ਇਜ਼ www.cbcexamguru.in। ਓਕੇ, ਨੈਕਸਟ ਕੁਐਸਚਨ ਪਲੀਜ਼। ਕੈਮੀਕਲ ਯੂਜ਼ਡ ਫॉर ਡੀਲਿੰਟਿੰਗ ਆਫ ਕਾਟਨ। ਇੱਦਾਂ ਦਾ ਕੈਮੀਕਲ ਯੂਜ਼ ਹੁੰਦਾ ਕਿ ਡੀਲਿੰਟਿੰਗ ਆਫ ਕਾਟਨ ਵਾਸਤੇ। ਦੇਖੋ, ਕਾਟਨ ਦਾ ਤੁਸੀਂ ਸੀਡ ਦੇਖਿਆ ਹੋਊਗਾ ਸਭ ਨੇ, ਉਹਦੇ ਉੱਪਰ ਥੋੜ੍ਹਾ ਜਿਹਾ ਲਾਈਕ ਫਾਈਬਰ ਟਾਈਪ ਜਿਹਾ ਹੁੰਦਾ, ਵਾਈਟ ਕਲਰ ਦਾ, ਕੋਟਨ ਦੀ ਸੀਡ ਦੇ ਉੱਪਰ ਥੋੜ੍ਹਾ ਫਾਈਬਰ ਟਾਈਪ ਹੁੰਦਾ। ਤਾਂ ਉਹਨੂੰ ਰਿਮੂਵ ਕਰਨ ਵਾਸਤੇ ਉਹਨੂੰ ਲਿੰਟ ਕਿਹਾ ਜਾਂਦਾ, ਜਿਹੜਾ ਫਾਈਬਰ ਕਹਿ ਰਹੇ ਆ ਉਹਨੂੰ ਲਿੰਟ ਕਹਿੰਦੇ ਆ, ਕੋਟਨ ਦਾ ਲਿੰਟ। ਤਾਂ ਉਹਨੂੰ, ਉਸ ਲਿੰਟ ਨੂੰ ਰਿਮੂਵ ਕਰਨ ਵਾਸਤੇ ਬੀਜਣ ਤੋਂ ਪਹਿਲਾਂ, ਜਦੋਂ ਆਪਾਂ ਮੰਨ ਲਓ ਕੋਟਨ ਹੈ ਜਿਹੜਾ ਉਹਦੀ ਸੋਇੰਗ ਕਰਨੀ ਹੈ, ਉਹਨੂੰ ਬੀਜਣਾ, ਉਹਨੂੰ ਬੀਜਣ ਤੋਂ ਪਹਿਲਾਂ ਇੱਕ ਸੀਡ ਨੂੰ ਟਰੀਟਮੈਂਟ ਦਿੱਤਾ ਜਾਂਦਾ, ਜਿਹੜਾ ਉੱਤੇ ਲਿੰਟ ਜਿਹਾ ਹੁੰਦਾ ਨਾ ਕੋਟਨ ਦੀ ਸੀਡ 'ਤੇ, ਉਹ ਰਿਮੂਵ ਕੀਤਾ ਜਾਂਦਾ। ਫਿਰ ਉਹਦੀ ਜਿਹੜੀ ਹੈ ਸੋਇੰਗ ਹੁੰਦੀ ਹੈ ਸੀਡ ਦੀ, ਤਾਂ ਉਹਨੂੰ ਲਿੰਟ ਨੂੰ ਰਿਮੂਵ ਕਰਨ ਦੇ ਪ੍ਰੋਸੈਸ ਨੂੰ ਡੀਲਿੰਟਿੰਗ ਕਿਹਾ ਜਾਂਦਾ। ਤਾਂ ਮੈਨੂੰ ਪਤਾ ਕਿ ਕੋਟਨ ਦੇ ਵਿੱਚ ਡੀਲਿੰਟਿੰਗ ਕਰਨੀ ਹੁੰਦੀ ਹੈ ਬੀ ਦੀ, ਉਹਨੂੰ ਬੀਜਣ ਤੋਂ ਪਹਿਲਾਂ, ਔਰ ਉਹ ਕਾਹਦੇ ਨਾਲ ਕੀਤੀ ਜਾਂਦੀ ਹੈ, ਕਾਹਦੇ ਨਾਲ ਸੀਡ ਨੂੰ ਮਿਕਸ ਕੀਤਾ ਜਾਂਦਾ, ਜਿਹਦੇ ਨਾਲ ਉਹ ਜਿਹੜਾ ਉੱਤੇ ਆਪਾਂ ਕਹਿੰਦੇ ਲਿੰਟ ਹੁੰਦਾ ਆਪਣੇ ਆਪ ਰਿਮੂਵ ਹੋ ਜਾਂਦਾ। ਸਲਫਿਊਰਿਕ ਐਸਿਡ H2SO4, ਜਿਹਨੂੰ ਆਪਾਂ ਸਲਫਿਊਰਿਕ ਐਸਿਡ ਕਹਿੰਦੇ ਹਾਂ, ਉਹਦੇ ਨਾਲ ਜਿਹੜਾ ਸੀਡ ਨੂੰ ਆਪਾਂ ਮਿਕਸ ਕਰ ਦੇਣਾ ਹੁੰਦਾ, ਉਹਦੇ ਨਾਲ ਸਾਰਾ ਜਿਹੜਾ ਉਤਲਾ ਲਿੰਟ ਹੁੰਦਾ ਉਹ ਰਿਮੂਵ ਹੋ ਜਾਂਦਾ, ਦੈਟ ਇਜ਼ ਸਲਫਿਊਰਿਕ ਐਸਿਡ। ਦੈਟ ਇਜ਼ ਯੂਜ਼ ਫॉर ਦ ਡੀਲਿੰਟਿੰਗ ਆਫ ਕਾਟਨ, ਲਿੰਟ ਰਿਮੂਵ ਕਰਨਾ ਹੁੰਦਾ ਕਾਟਨ ਦਾ। ਨੈਕਸਟ, ਮੈਕਸੀਮਮ ਨਾਈਟ੍ਰੋਜਨ ਲੋਸ ਇਨ ਰਾਈਸ ਕ੍ਰੌਪ ਇਜ਼ ਡਿਊ ਟੂ। ਜਿਹੜਾ ਸਭ ਤੋਂ ਜ਼ਿਆਦਾ ਨਾਈਟ੍ਰੋਜਨ ਦਾ ਲੋਸ ਹੋ ਜਾਂਦਾ ਰਾਈਸ ਦੀ ਕ੍ਰੌਪ ਦੇ ਉੱਪਰ, ਕਾਹਦੇ ਕਰਕੇ ਹੁੰਦਾ, ਦੈਟ ਇਜ਼ ਡੀਨਾਈਟ੍ਰੀਫਿਕੇਸ਼ਨ। ਦੇਖੋ, ਤੁਹਾਨੂੰ ਸਭ ਨੂੰ ਪਤਾ ਜਿਹੜਾ ਨਾਈਟ੍ਰੋਜਨ ਫਿਕਸੇਸ਼ਨ ਹੁੰਦਾ, ਠੀਕ ਹੈ, ਜੇ ਐਟਮੋਸਫੇਅਰ ਦੇ ਵਿੱਚ ਕੋਈ ਨਾਈਟ੍ਰੋਜਨ ਹੈ ਆਪਣੀ, ਉਹਨੂੰ ਆਪਾਂ ਉਸ ਫੋਰਮ 'ਚ ਕਨਵਰਟ ਕਰੀਨੇ ਜਿਸ ਫੋਰਮ 'ਚ ਆਪਣੇ ਬੂਟੇ ਨੂੰ ਚਾਹੀਦਾ, ਨਾਈਟ੍ਰੇਟ ਫੋਰਮ ਦੇ ਵਿੱਚ, ਤਾਂ ਆਪਾਂ ਕਹਿੰਦੇ ਕਿ ਨਾਈਟ੍ਰੀਫਿਕੇਸ਼ਨ ਹੋ ਗਈ, ਨਾਈਟ੍ਰੋਜਨ ਫਿਕਸੇਸ਼ਨ ਹੋ ਗਈ, ਠੀਕ ਹੈ, ਉਹਨੂੰ ਆਪਾਂ ਨਾਈਟ੍ਰੀਫਿਕੇਸ਼ਨ ਕਹਿੰਦੇ ਹਾਂ। ਜੇ ਆਪਣੀ ਗੈਸ ਫੋਰਮ ਦੇ ਵਿੱਚ ਜਾਂ ਕਿਸੇ ਹੋਰ ਫੋਰਮ ਦੇ ਵਿੱਚ ਆਪਣੀ ਨਾਈਟ੍ਰੋਜਨ ਲੋਸ ਹੋਈ ਜਾਂਦੀ ਹੈ, ਤਾਂ ਉਹਨੂੰ ਕੀ ਕਵਾਂਗੇ, ਡੀਨਾਈਟ੍ਰੀਫਿਕੇਸ਼ਨ, ਠੀਕ ਹੈ। ਨਾਈਟ੍ਰੋਜਨ ਲੋਸ ਹੋਈ ਜਾਂਦੀ ਹੈ ਰਾਈਸ ਫੀਲਡ 'ਚੋਂ, ਤਾਂ ਆਪਾਂ ਉਹਨੂੰ ਕੀ ਕਵਾਂਗੇ, ਡੀਨਾਈਟ੍ਰੀਫਿਕੇਸ਼ਨ ਹੋ ਰਹੀ ਹੈ, ਮਤਲਬ ਆਪਣਾ ਲੋਸ ਆਫ ਨਾਈਟ੍ਰੋਜਨ ਹੋ ਰਿਹਾ ਇਨ ਦ ਫੋਰਮ ਆਫ ਗੈਸ। ਦਿਸ ਇਜ਼ ਨੋਨ ਐਜ਼, ਜਾਂ ਕਿਸੇ ਵੀ ਫੋਰਮ ਦੇ, ਦਿਸ ਇਜ਼ ਨੋਨ ਐਜ਼ ਡੀਨਾਈਟ੍ਰੀਫਿਕੇਸ਼ਨ। ਓਕੇ, ਡੀਨਾਈਟ੍ਰੀਫਿਕੇਸ਼ਨ।
ਨੈਕਸਟ ਹੈ ਵਿੰਡ ਵੈਲੋਸਿਟੀ ਇਜ਼ ਮੇਜ਼ਰਡ ਬਾਏ। ਵਿੰਡ ਵੈਲੋਸਿਟੀ ਦਾ ਮਤਲਬ ਹੈ ਵੀ ਜਿਹੜੀ ਆਪਣੀ ਹਵਾ ਚੱਲੀ ਜਾਂਦੀ ਹੈ, ਜਿਹੜੀ ਹਨੇਰੀ ਚੱਲੀ ਜਾਂਦੀ ਹੈ, ਠੀਕ ਹੈ, ਉਹਦੀ ਜਿਹੜੀ ਹੈ ਉਹਦੀ ਵੈਲੋਸਿਟੀ ਕਿੰਨੀ ਹੈ, ਸਪੀਡ ਕਿੰਨੀ ਹੈ। ਤਾਂ ਇਹ ਦੋ ਹੁੰਦੇ ਆ, ਇੱਕ ਵਿੰਡ ਦੀ ਸਪੀਡ ਮੇਜਰ ਕਰਦਾ, ਇੱਕ ਵਿੰਡ ਦੀ ਡਾਇਰੈਕਸ਼ਨ ਮੇਜਰ ਕਰਦਾ, ਠੀਕ ਹੈ। ਜੇ ਵਿੰਡ ਦੀ ਤੁਸੀਂ ਸਪੀਡ ਮੇਜਰ ਕਰਨੀ ਹੈ ਤਾਂ ਉਹ ਹੋਊਗਾ ਕੱਪ ਅਨੀਮੋਮੀਟਰ, ਠੀਕ ਹੈ। ਅਨੀਮੋਮੀਟਰ ਵੀ ਲਿਖਿਆ ਆ ਸਕਦਾ ਤੁਹਾਨੂੰ, ਕੱਪ ਅਨੀਮੋਮੀਟਰ ਵੀ ਮਿਲ ਸਕਦਾ ਲਿਖਿਆ, ਕੱਪ ਅਨੀਮੋਮੀਟਰ ਲਿਖਿਆ ਆ ਸਕਦਾ। ਦੈਟ ਇਜ਼ ਕੱਪ ਅਨੀਮੋਮੀਟਰ ਇਹ ਮੇਜਰ ਕਰਦਾ ਕਿ ਵਿੰਡ ਹੈ ਜਿਹੜੀ ਉਹਦੀ ਸਪੀਡ ਕਿੰਨੀ ਹੈ, ਉਹਦੀ ਵੈਲੋਸਿਟੀ ਕਿੰਨੀ ਹੈ। that is made with the help of cup anemometer instrument ਹੈ। ਜੇ ਤੁਸੀਂ ਮੇਜਰ ਕਰਨਾ ਵੀ ਵਿੰਡ ਦੀ ਡਾਇਰੈਕਸ਼ਨ, ਵਿੰਡ ਦੀ ਡਾਇਰੈਕਸ਼ਨ ਮੇਜਰ ਹੋਊਗੀ ਵਿੰਡ ਵੇਨ ਤੋਂ। ਇੱਕ ਇੱਦਾਂ ਦਾ ਵਿੰਡ ਵੇਨ ਇੰਸਟਰੂਮੈਂਟ ਆਉਂਦਾ, ਉਹਦੇ ਤੋਂ ਜਿਹੜੀ ਹੈ ਵਿੰਡ ਦੀ ਡਾਇਰੈਕਸ਼ਨ ਮੇਜਰ ਹੁੰਦੀ ਆ ਕਿ ਵਿੰਡ ਦੀ ਹੈ ਜਿਹੜੀ ਕਿਹੜੀ ਡਾਇਰੈਕਸ਼ਨ ਤੋਂ ਜਿਹੜੀਆਂ ਵਿੰਡਸ ਆ ਰਹੀਆਂ ਆਪਣੀਆਂ, ਠੀਕ ਹੈ। ਹਵਾਵਾਂ ਕਿਹੜੀ ਡਾਇਰੈਕਸ਼ਨ ਵਾਲੀ ਸਾਈਡ ਹੈ, ਕਿੱਧਰ ਨੂੰ ਆ ਰਹੀਆਂ, ਕਿੱਧਰ ਨੂੰ ਜਾ ਰਹੀਆਂ, ਸਾਰੀ ਡਾਇਰੈਕਸ਼ਨ ਜਿਹੜੀ ਮੇਜਰ ਕਰਨੀ ਉਹ ਵਿੰਡ ਵੇਨ ਨਾਲ ਹੁੰਦੀ ਆ। ਉਹਦੀ ਸਪੀਡ ਮੇਜਰ ਕਰਨੀ ਦੈਟ ਇਜ਼ ਕੱਪ ਅਨੀਮੋਮੀਟਰ। ਓਕੇ। ਕੁਈਨ ਆਫ ਸਪਾਈਸਿਸ, ਸਪਾਈਸਿਸ ਦਾ ਰਾਣੀ ਕਿਹੜੀ ਹੈ, ਸਪਾਈਸਿਸ ਹੁੰਦੀ ਹੈ ਜਿਹੜੇ ਮਿਰਚ ਮਸਾਲੇ ਆ ਸਾਰੇ ਆਪਣੇ, ਠੀਕ ਹੈ। ਤਾਂ ਇਹ ਸਪਾਈਸਿਸ ਆ ਜਾਂਦੇ, ਇਹਨਾਂ ਦਾ ਕੁਈਨ ਕੌਣ ਹੈ, ਕੁਈਨ ਆਫ ਸਪਾਈਸਿਸ ਕਾਰਡੇਮਮ। ਕਾਰਡੇਮਮ ਹੁੰਦੀ ਹੈ ਜਿਹੜੀ ਇਲਾਇਚੀ, ਹਰੀ ਇਲਾਇਚੀ ਹੁੰਦੀ ਹੈ ਜਿਹੜੀ ਨਿੱਕੀ, ਉਹਨੂੰ ਆਪਾਂ ਕਾਰਡੇਮਮ ਕਿਹਾ ਜਾਂਦਾ। ਇਲਾਇਚੀ ਹੁੰਦੀ ਹੈ ਜਿਹੜੀ ਹੈ ਕੁਈਨ ਆਫ ਸਪਾਈਸਿਸ। ਐਂਡ ਅਗਰ ਕਿੰਗ ਆਫ ਸਪਾਈਸਿਸ ਦੀ ਗੱਲ ਕਰੀਏ ਤਾਂ ਦਿਸ ਇਜ਼ ਬਲੈਕ ਪੇਪਰ, ਠੀਕ ਹੈ। ਕਾਲੀ ਮਿਰਚ ਜਿਹੜੀ ਹੁੰਦੀ ਹੈ ਉਹ ਕਿੰਗ ਆਫ ਸਪਾਈਸਿਸ ਹੁੰਦੀ ਹੈ, ਬਲੈਕ ਪੇਪਰ। ਐਂਡ ਕੁਈਨ ਆਫ ਸਪਾਈਸਿਸ ਕਾਰਡੇਮਮ। ਕਾਰਡੇਮਮ ਇਜ਼ ਜਿਹੜਾ ਹੈ ਆਪਣਾ ਜੋ ਹੁਣੇ ਤੁਹਾਨੂੰ ਮੈਂ ਦੱਸਿਆ ਦੈਟ ਇਜ਼ ਕਾਰਡੇਮਮ, ਦੈਟ ਇਜ਼ ਅ ਕੁਈਨ ਆਫ ਸਪਾਈਸਿਸ ਹੈ, ਠੀਕ ਹੈ, ਇਲਾਇਚੀ, ਹਰੀ ਇਲਾਇਚੀ। ਨੈਕਸਟ ਕੁਐਸਚਨ ਪਲੀਜ਼। ਆਈ ਹੋਪ ਗਾਈਜ਼ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗ ਰਿਹਾ ਹੋਏਗਾ, ਬਹੁਤ ਅੱਛੇ ਤਰੀਕੇ ਨਾਲ ਸਾਰਾ ਤੁਸੀਂ ਸੈਸ਼ਨ ਸਮਝਣਾ। ਐਂਡ ਫਰਦਰ ਅਗਰ ਤੁਸੀਂ ਜਿਹੜੇ ਹੈ ਇੱਦਾਂ ਹੀ ਸੈਸ਼ਨਸ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਪਲੀਜ਼ ਦੱਸਣਾ ਤਾਂ ਕਿ ਆਪਣੇ ਸੈਸ਼ਨਸ ਕੰਟੀਨਿਊ ਕਰ ਸਕੀਏ। ਓਕੇ। ਸੋ ਨੈਕਸਟ ਇਜ਼ ਬਕਵੀਟ ਇਜ਼ ਕਾਲਡ। ਬਕਵੀਟ ਕਿਹਨੂੰ ਕਿਹਾ ਜਾਂਦਾ, ਬਕਵੀਟ ਇਜ਼ ਪਸੀਡਿਓ ਸੀਰੀਅਲ, ਠੀਕ ਹੈ। ਐਕਚੁਅਲ 'ਚ ਇਹ ਸੀਰੀਅਲ ਨਹੀਂ ਹੈਗਾ, ਠੀਕ ਹੈ। ਵੀਟ ਇਜ਼ ਅ ਸੀਰੀਅਲ ਬਟ ਇਹ ਜਿਹੜਾ ਹੈ ਬਕਵੀਟ ਹੁੰਦਾ ਇਹਨੂੰ ਪਸੀਡਿਓ ਸੀਰੀਅਲ ਕਹਿੰਦੇ। ਐਕਚੁਅਲ 'ਚ ਇਹ ਸੀਰੀਅਲ ਨਹੀਂ ਹੈ, ਇੱਕ ਫਾਲਸ ਜਿਹੜਾ ਸੀਰੀਅਲ ਹੈ ਬਕਵੀਟ, ਠੀਕ ਹੈ। ਪਸੀਡਿਓ ਮਤਲਬ ਫਾਲਸ, ਝੂਠਾ ਸੀਰੀਅਲ, ਫਾਲਸ ਮਤਲਬ ਝੂਠਾ, ਝੂਠੇ ਸੀਰੀਅਲ ਨੂੰ ਕਿਹੜਾ ਕਹਿੰਦਾ, ਬਕਵੀਟ। ਵੀਟ ਇਜ਼ ਅ ਸੀਰੀਅਲ ਬਟ ਜੇਕਰ ਬਕਵੀਟ ਆ ਜਾਏ, ਬਕਵੀਟ ਇਜ਼ ਅ ਪਸੀਡਿਓ ਸੀਰੀਅਲ। ਓਕੇ, that is Basidio cereal. Next question, very dangerous disease of sugarcane। ਆਪਣਾ ਜਿਹੜਾ ਗੰਨਾ ਹੈ ਇੱਕ ਬਹੁਤ ਹੀ ਖਤਰਨਾਕ ਉਹਨੂੰ ਬਿਮਾਰੀ ਪੈਂਦੀ ਹੈ ਦੈਟ ਇਜ਼ ਰੈੱਡ ਰੋਟ, ਠੀਕ ਹੈ। ਰੈੱਡ ਰੋਟ ਦੀ ਸਮੱਸਿਆ ਗੰਨੇ ਦੇ ਵਿੱਚ ਬਹੁਤ ਆਉਂਦੀ ਹੈ। ਤਾਂ ਇੱਕ ਗੰਨੇ ਦੇ ਵਿੱਚ ਮੈਂ ਕਹਿੰਦੀ ਹਾਂ ਬਹੁਤ ਖਤਰਨਾਕ ਬਿਮਾਰੀ ਪੈਂਦੀ ਹੈ, ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ। ਤੁਸੀਂ ਦੇਖਿਆ ਹੋਊਗਾ ਕਦੇ ਵੀ ਗੰਨਾ ਨੂੰ ਆਪਾਂ ਜਦੋਂ ਛਿੱਲਦੇ ਹਾਂ ਤਾਂ ਅੰਦਰ ਇੱਕ ਲਾਈਨ ਜਿਹੜੀ ਰੈੱਡ ਕਲਰ ਦੀ ਲੰਬੀਆਂ ਲੰਬੀਆਂ ਲਾਈਨਾਂ ਕਈ ਵਾਰ ਦਿਖਦੀਆਂ, ਠੀਕ ਹੈ। ਰੈੱਡ ਕਲਰ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਜੇ ਗੰਨੇ ਦੇ ਅੰਦਰ ਦਿਖਦੀਆਂ, ਇੱਦਾਂ ਦੀ ਸਮੱਸਿਆ ਜਿਹੜੀ ਰੈੱਡ ਰੋਟ ਦੀ ਸਮੱਸਿਆ ਹੁੰਦੀ ਹੈ। ਪੂਰਾ ਜਿਹੜਾ ਗੰਨਾ ਪੂਰੀ ਤਰ੍ਹਾਂ ਦੂਸ਼ਿਤ ਕਰ ਦਿੰਦੀ ਹੈ, ਅੰਦਰੋਂ ਲਾਲ ਕਰ ਦਿੰਦੀ ਹੈ ਉਹਦੇ ਤਣੇ ਨੂੰ, ਠੀਕ ਹੈ। ਤਾਂ ਇਹ ਜਿਹੜਾ ਹੈ ਰੈੱਡ ਰੋਟ ਦੀ ਸਮੱਸਿਆ ਗੰਨੇ ਦੇ ਵਿੱਚ ਆਮ ਪਾਈ ਜਾਂਦੀ ਹੈ। ਸਭ ਤੋਂ ਜਿਹੜੀ ਡੇਂਜਰਸ ਹੈ, ਸੀਰੀਅਸ ਡਿਸੀਜ਼ ਹੈ ਉਹਦੀ ਸ਼ੂਗਰ ਕੇਨ ਦੀ ਦੈਟ ਇਜ਼ ਰੈੱਡ ਰੋਟ। ਇਹ ਕਾਫੀ ਇੰਪੋਰਟੈਂਟ ਕੁਐਸਚਨ ਆ ਜਾਂਦਾ ਹੈ ਕਿ ਗੰਨੇ ਦੀ ਸੀਰੀਅਸ ਡਿਸੀਜ਼ ਕਿਹੜੀ ਹੈ, ਦੈਟ ਇਜ਼ ਰੈੱਡ ਰੋਟ ਹੈ। Okay, so now move to next question, our last question, this is world staple food is। ਸਭ ਤੋਂ ਜ਼ਿਆਦਾ ਆਪਣਾ ਪੂਰੇ ਵਰਲਡ ਦੇ ਵਿੱਚ, ਠੀਕ ਹੈ, ਸਟੈਪਲ ਫੂਡ ਕਿਹੜਾ ਪਾਇਆ ਜਾਂਦਾ, ਦੈਟ ਇਜ਼ ਰਾਈਸ, ਠੀਕ ਹੈ। ਵਰਲਡ ਦਾ ਸਟੈਪਲ ਫੂਡ ਕਿਹੜਾ, ਰਾਈਸ ਹੈ। ਸਭ ਤੋਂ ਜ਼ਿਆਦਾ ਜਿਹੜੀ ਕੀ ਚੀਜ਼ ਖਾਧੀ ਜਾਂਦੀ ਦੈਟ ਇਜ਼ ਰਾਈਸ ਖਾਧਾ ਜਾਂਦਾ, ਦੈਟ ਇਜ਼ ਸਟੈਪਲ ਫੂਡ ਹੈ ਵਰਲਡ ਦਾ ਸਟੈਪਲ ਫੂਡ। ਸੋ that's it guys, it's our last question, our session is over। ਆਈ ਹੋਪ ਸਭ ਨੂੰ ਸੈਸ਼ਨ ਬਹੁਤ ਅੱਛਾ ਲੱਗਿਆ ਹੋਵੇਗਾ। ਅਗਰ ਤੁਸੀਂ ਫਰਦਰ ਇੱਦਾਂ ਦੇ ਜਿਹੜੇ ਸੈਸ਼ਨਸ ਚਾਹੁੰਦੇ ਹੋ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਸੈਸ਼ਨਸ ਅੱਗੇ ਜਿਹੜੇ ਫਰਦਰ ਕੰਟੀਨਿਊ ਕੀਤੇ ਜਾਣ। ਸੋ ਹੋਰ ਬਹੁਤ ਸਾਰੇ ਜਿਹੜੇ ਹੈ 19 ਸੈਸ਼ਨ ਇਸ ਤੋਂ ਪਹਿਲਾਂ ਆ ਚੁੱਕੇ ਆ, ਤੁਸੀਂ ਉਹ ਜਿਹੜੇ ਆ ਸਾਰੇ ਸੈਸ਼ਨਸ ਗੋ ਥਰੂ ਕਰਨੇ ਆ। ਸਾਰੇ ਕੁਐਸਚਨਸ ਸਾਡੇ ਐਗਜ਼ਾਮ ਦੇ ਓਰੀਐਂਟਿਡ ਹੈ, ਬਹੁਤ ਇੰਪੋਰਟੈਂਟ ਕੁਐਸਚਨਸ ਜਿਹੜੇ ਹੈ
ਤੁਹਾਨੂੰ ਡਿਜ਼ਾਈਨ ਕਰਕੇ ਦਿੱਤੇ ਗਏ ਆ, ਚਾਹੇ ਉਹ ਐਗਰੋ ਫੋਰੈਸਟਰੀ ਦੇ ਹੋਣ, ਫੂਡ ਪ੍ਰੋਸੈਸਿੰਗ ਦੇ ਹੋਣ, ਐਂਡ ਜਿਹੜਾ ਐਗਰੋਨਮੀ ਪ੍ਰੋਪਰ ਕਵਰ ਹੈ, ਹੋਟੀ ਕਵਰ ਹੈ, ਐਂਡ ਜਿਹੜੀਆਂ ਬਹੁਤ ਇੰਪੋਰਟੈਂਟ ਕੁਐਸਚਨਸ ਆਪਾਂ ਡਿਸਕਸ ਕਰ ਚੁੱਕੇ ਹਾਂ। ਠੀਕ ਹੈ, ਸੋ ਦੈਟਸ ਇਟ। ਆਈ ਹੋਪ ਸਭ ਨੂੰ ਸੈਸ਼ਨ ਅੱਛਾ ਲੱਗਿਆ ਹੋਊਗਾ। ਯੂ ਗਾਈਜ਼ ਵੈਰੀ ਵੈਲ ਗੋਟ ਇਟ। ਟੈਲੀਗ੍ਰਾਮ ਚੈਨਲ ਜਿਹੜਾ ਹੈ ਜੁਆਇਨ ਕਰ ਸਕਦੇ ਹੋ, ਉੱਥੇ ਤੁਸੀਂ PDFs ਤੁਹਾਨੂੰ ਅਵੇਲੇਬਲ ਹੋ ਜਾਣਗੀਆਂ, ਡੋਂਟ ਵਰੀ ਅਬਾਊਟ ਦੈਟ। ਓਕੇ, ਸੋ ਜਿਹੜਾ ਆਪਣੀ ਔਫੀਸ਼ੀਅਲ ਵੈਬਸਾਈਟ ਹੈ ਦੈਟ ਇਜ਼ www.cbsexamguru.in 'ਤੇ ਵਿਜ਼ਿਟ ਕਰ ਸਕਦੇ ਹੋ, ਸਟੋਰ ਵਿਜ਼ਿਟ ਕਰਦਾ, ਐਂਡ ਉੱਥੇ ਟੈਸਟ ਸੀਰੀਜ਼ ਐਂਡ ਜਿਹੜਾ ਕ੍ਰੈਸ਼ ਕੋਰਸਿਸ ਅਵੇਲ ਕਰ ਸਕਦੇ ਹੋ। ਐਂਡ ਫਰਦਰ ਜਿਹੜੇ ਇਨਫੋਰਮੇਸ਼ਨ ਲੈਣ ਲਈ ਆਪਣਾ ਨੂੰ ਕੰਟੈਕਟ ਨੰਬਰ ਆਲਸੋ ਮੈਂਸ਼ਨ, ਦੈਟ ਇਜ਼ 7814109600 'ਤੇ ਤੁਸੀਂ ਕੰਟੈਕਟ ਕਰਕੇ ਪ੍ਰੋਪਰ ਇਨਫੋਰਮੇਸ਼ਨ ਲੈ ਸਕਦੇ ਹੋ। ਓਕੇ ਗਾਈਜ਼, ਦੈਟਸ ਇਟ। ਆਈ ਹੋਪ ਸਭ ਨੂੰ ਸੈਸ਼ਨਸ ਅੱਛੇ ਲੱਗੇ ਹੋਣਗੇ। ਸੋ ਥੈਂਕ ਯੂ ਸੋ ਮਚ। ਬਾਏ ਬਾਏ।